ਤੁਹਾਡੇ ਵਾਲੇ ਪਾਸੋਂ ਆरोप लगते ने केंद्र सरकार ते। केंद्र सरकार गल कर दिंदी है कि हाँ जी इन्होंने मैनीफेस्टो दे विच जे लिख देंदे कि हाँ कि मोदी जे मोदी जी रहणगे ते जे मोदी जी सानू 1500 रुपया देणगे। एक्चुअली इन्हां दे मन च मोदी साहब दे गुस्सा है जिहड़ा आपां किसानां ने दिल्ली मोर्चा लाया ਉਹਦੀ हले पीड़ होई जांदी आ वो पंजाब नालों भी ज़्यादा खराब है। ਉਹਦੇ ਤੇ क्यों नहीं सवाल कदी नहीं किया। फरीदाबाद की लिस्ट में सब तो जिहड़ी हुण लिस्ट आई है फरीदाबाद सब तो मोहरी सूबा ਉਹਦੇ ਵਿੱਚ ਇਹ बड़े उच्च अहुदे ते रहे आ बड़ी सियाणप वाले आ। जे भाई साहब जी उन्हीं एक काम कीते हुंदे चंगे तां अज सानू आ दिन नहीं देखने पैणे सी। ਇਹ ਕਹਿੰਦੇ ਜੀ ਉਹ ਸਿੱਧੇ ਡੀਸੀ ਦੇ ਆਰਡਰ ਹੋ ਰਿਹਾ ਸਾਡੇ ਕੋਈ ਆਰਡਰ ਨਹੀਂ ਹੈ। ਮੈਨੂੰ ਨਹੀਂ ਇਸ ਗੱਲ ਦੀ ਸਮਝ ਆਈ। ਮੈਂ ਤਾਂ ਸਾਰੀ ਸਰਵਿਸ ਕਰ ਲਈ ਇਹਦੇ ਵਿੱਚ ਇਹ ਗੱਲ ਮੈਨੂੰ ਕੋਈ ਜਚੀ ਨਹੀਂ ਇਹਨਾਂ ਦੀ। ਕਿਸਾਨਾਂ ਦੇ ਕਿੰਨੇ ਪਰਚੇ ਕੀਤੇ ਕਿੰਨੇ ਪਰਚੇ ਹੋ ਗਏ ਸ਼ਾਇਦ ਕੇਂਦਰ ਦੇ ਮਨ ਵਿੱਚ ਕਿਸਾਨਾਂ ਪ੍ਰਤੀ ਨਫ਼ਰਤ ਆ। ਪੰਜਾਬ ਦੇ ਵਿੱਚ ਤੁਸੀਂ ਦੇਖੋ ਅੱਜ ਦੀ ਤਰੀਕ ਤੱਕ ਜਾਂ ਕੱਲ ਦੀ ਯੈਸਟਰਡੇ ਦੀ ਤਰੀਕ ਤੱਕ 13,000 केस ही पिछले साल और ऐसा साल आगे 16,000 केस। ਹੋਟਲ ਕਲਾਂ ਆ ਸੰਗਰੂਰ ਦੇ ਵਿੱਚ ਉੱਥੇ 33 ਟਨ ਰੋਜ਼ ਪਰਾਲੀ ਜਿਹੜੀ ਆ ਸਾੜੀ ਜਾਂਦੀ ਆ ਕੰਮ ਆ ਗਈ। ਉਹਨਾਂ ਨੇ 1147 ਕਰੋੜ ਰੁਪਈਆ ਦਿੱਤਾ ਇਹਨਾਂ ਨੂੰ ਕਿ ਜਿਹੜੀਆਂ ਮਸ਼ੀਨਾਂ ਲੈਣੀਆਂ ਉਹਨਾਂ ਨੂੰ ਦੋ। ਜਿਹੜੇ ਪਰਾਲੀ ਇਕੱਠੀ ਕਰਨੇ ਵਾਲੇ ਯੰਤਰ ਸੀਗੇ ਟਰਾਲੀਆਂ ਅਸੀਂ ਮੈਂ ਆਪਣੇ ਏਰੀਏ 'ਚ 50 ਲਾਈਆਂ ਹੋਈਆਂ। ਹੁਣ ਮਸ਼ੀਨਾਂ ਦਾ ਵੇਲੇ ਸਿਰ ਆਰਡਰ ਨਹੀਂ ਕੀਤਾ ਤੇ ਓਵਰਨਾਈਟ ਮਸ਼ੀਨਾਂ ਬਣ ਨਹੀਂ ਸਕਦੀਆਂ। ਸੈਕਟਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਭਾਈ ਠੀਕ ਆ ਜੇ ਤੁਸੀਂ ਇਸ ਕੰਡੀਸ਼ਨ ਤੇ ਆ ਅਸੀਂ ਭਾਈ ਤੁਹਾਡੇ ਨਾਲ ਖੜਦੇ ਆ ਮੋਢੇ ਨਾਲ ਮੋਢਾ ਲਾ ਕੇ। ਪਰ ਇਹ ਤਾਂ ਉਸ ਪਾਸੇ ਨੂੰ ਤੁਰਦਾ ਹੀ ਨਹੀਂ। ਇਹ ਤਾਂ ਬਸ ਸਾਨੂੰ ਪੁੱਛਦੇ ਕਿਸਾਨਾਂ ਦੇ ਕਿੰਨੇ ਪਰਚੇ ਕਰਤੇ ਆ ਕੀ ਕਰਤਾ। ਗਵਰਨਮੈਂਟ ਆਫ ਇੰਡੀਆ ਤੋਂ ਕਿਹੜੀ ਸਪੈਸ਼ਲ ਕਲੀਅਰੈਂਸ ਚਾਹੀਦੀ ਜਿਹੜੀ ਇਹਨਾਂ ਨੇ ਜਿਹੜੀ ਅਜੀਦਾ ਉਦਘਾਟਨ ਕਰਕੇ ਉਹ ਕਲੀਅਰੈਂਸ ਲੈ ਕੇ ਕੀਤੀ। ਜਦੋਂ OD1 ਚਲਾਉਂਦੀ ਹੈ ਕੋਈ ਵੀ ਇਹੋ ਜਿਹੇ ਸਟੈਪ ਚੱਕਦੀ ਹੈ ਉਸ ਤੇ ਫਿਰ ਆਪਾਂ ਸਵਾਲ ਕਿਉਂ ਖੜੇ ਕਰਦੇ ਆ। ਇੱਥੇ ਉੱਥੇ ਵੀ ਬੀਜੇਪੀ ਵਾਲੇ ਸਵਾਲ ਖੜੇ ਕਰ ਦਿੰਦੇ ਨੇ। ਕਿਸਾਨਾਂ ਦਾ ਵੀ ਬੇੜਾ ਕਰਕੇ ਕੀਤਾ ਕਿਸਾਨਾਂ ਦੇ ਜਨਰੇਸ਼ਨ ਦਾ ਵੀ ਬੇੜਾ ਕਰਕੇ ਕੀਤਾ। ਕਿ ਹਰਿਆਣਾ ਤੇ ਰਾਜਸਥਾਨ ਤੇ ਕਿਉਂ ਨਹੀਂ ਇਹ ਕੋਈ ਗੱਲ ਕਰਦੇ ਕੱਲਾ ਪੰਜਾਬ ਨੂੰ ਕਿਉਂ ਠੋਕਰ ਤੇ ਲੱਗੇ ਹੋਏ ਹਮੇਸ਼ਾ ਪੰਜਾਬ ਪੰਜਾਬ। ਜਿਹੜਾ ਕੰਮ 70 ਸਾਲਾਂ ਚ 70 ਸਾਲ ਤੱਕ ਚੱਲੋ ਛੱਡੋ ਤੁਹਾਡੇ ਪੀਡੀਐਫ ਦੇ 15 ਸਾਲ ਤੁਸੀਂ ਕੀ ਕੀਤਾ ਉਹ ਨਵੀਂ ਸਰਕਾਰ ਨੇ 6 ਮਹੀਨਿਆਂ ਚ ਕਰਤਾ। ਇਹਨਾਂ ਕੋਲ ਤਾਂ ਟਾਈਮ ਹੀ ਨਹੀਂ। ਇਹ ਜਾਂ ਹਿਮਾਚਲ ਤੁਰੇ ਫਿਰਦੇ ਹੁਣ ਹਿਮਾਚਲ ਛੱਡਤਾ ਹੁਣ ਇਹ ਗੁਜਰਾਤ ਤੁਰੇ ਫਿਰਦੇ। ਤੁਸੀਂ ਸਲਾਹ ਦੇ ਸਕਦੇ ਸਰਕਾਰ ਨੂੰ ਵੀ ਜਿਹੜੇ ਤੁਸੀਂ ਕੰਮ ਕਰ ਰਹੇ ਚੰਗੇ ਨੇਗੇ ਉਦੋਂ ਤੁਸੀਂ ਬੋਲੇ ਨਹੀਂ ਮਾਰੇ। ਉਦੋਂ ਤੱਕ ਕੀ ਕਹਿੰਦੇ ਹੁੰਦੇ ਆ ਰਾਜ ਕੇ ਪੂਤ ਬਣੇ ਰਹੇ। ਨਹੀਂ ਦੇਖੋ ਗਿੱਲ ਸਾਹਿਬ ਇਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਸਰਕਾਰ ਵੀ ਉਹ ਸੀਨੀਅਰ ਆਫੀਸਰਾਂ ਦੀ ਗੱਲਾਂ ਮੰਨਦੀ ਹੈ। ਕੋਈ ਵੀ ਸਰਕਾਰ ਨਹੀਂ ਮੰਨਦੀ। ਸਰਕਾਰ ਆਪਦੇ ਫੈਸਲੇ ਸਿਰਫ ਸੁਣਾਉਂਦੀ ਹੈ। ਜਦੋਂ ਸਰਕਾਰੀ ਅਫਸਰ ਜੇ ਉਹ ਕੁਰਸੀ ਤੇ ਬੈਠਾ ਹੁੰਦਾ ਹੈ ਉਹ ਸਲਾਹ ਨਹੀਂ ਦੇ ਸਕਦਾ। ਉਹਦਾ ਕੰਮ ਹੁੰਦਾ ਯੈਸ ਸਰ। ਸਤਿ ਸ਼੍ਰੀ ਅਕਾਲ ਮੈਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਯੋਂਡ ਦਾ ਵੇ। ਮੁੱਦਾ ਅੱਜ ਵੀ ਪਰਾਲੀ ਦਾ ਹੈ ਕਿਉਂਕਿ ਜਦ ਤੱਕ ਇਹਦਾ ਹੱਲ ਨਹੀਂ ਨਿਕਲਦਾ ਇਹਦੇ ਤੇ ਸਿਆਸਤ ਹੁੰਦੀ ਰਹੇਗੀ। ਕੇਂਦਰ ਸਰਕਾਰ ਸੂਬਾ ਸਰਕਾਰ ਤੇ ਆਰੋਪ ਲਾਉਂਦੀ ਹੈ ਤੇ ਸੂਬਾ ਸਰਕਾਰ ਕੇਂਦਰ ਸਰਕਾਰ ਤੇ ਆਰੋਪ ਲਾਉਂਦੀ ਹੈ ਤੇ ਅੱਜ ਵੀ ਇਹੀ ਹੋਇਆ। ਸ਼ੁਰੂਆਤ ਹੋਈ ਭਗਵੰਤ ਮਾਨ ਤੋਂ। ਭਗਵੰਤ ਮਾਨ ਜੀ ਸੂਬੇ ਦੇ ਮੁੱਖ ਮੰਤਰੀ ਲਾਈਵ ਹੁੰਦੇ ਨੇ ਤੇ ਮੁਖਾਤਬ ਹੁੰਦੇ ਨੇ ਤੇ ਆਰੋਪ ਲਾ ਦਿੰਦੇ ਨੇ ਭਾਜਪਾ ਤੇ ਉਧਰ 에ਅਰ ਕੁਆਲਿਟੀ ਇੰਡੈਕਸ ਦਿੱਲੀ ਦਾ 424 ਤੇ ਵੀ ਪਹੁੰਚਦਾ ਹੈ ਤੇ 424 ਦਾ ਮਤਲਬ ਵਾਕਈ ਰਹਿਣਾ ਔਖਾ ਉੱਥੇ ਯਾਨੀ ਕਿ ਬਹੁਤ ਹੀ ਜ਼ਹਿਰੀਲੀ ਹਵਾ। ਤੇ ਉਧਰ ਦਿੱਲੀ ਦੇ ਵੀ ਕੈਬਨਿਟ ਮੰਤਰੀ ਗੋਪਾਲ ਰਾਏ ਉਹ ਵੀ ਪ੍ਰੈਸ ਨਾਲ ਮੁਖਾਤਬ ਹੁੰਦੇ ਨੇ ਤੇ ਆਰੋਪ ਕੇਂਦਰ ਸਰਕਾਰ ਤੇ ਲੱਗਦੇ ਨੇ
ਤੇ ਆਓ ਪਹਿਲਾਂ ਸੁਣਾ ਦਿੰਦੇ ਆ ਕਿ ਅੱਜ ਸਾਰਾ ਦਿਨ ਪਰਾਲੀ ਨੇ ਕਿਸ ਤਰੀਕੇ ਨਾਲ ਸਿਆਸਤ ਦੇ ਵਿੱਚ ਅੱਗ ਲਾਈ ਰੱਖੀ। ਆਓ ਸੁਣਾਉਂਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਅੱਜ ਮੈਂ ਇੱਕ ਬਹੁਤ ਗੰਭੀਰ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ, ਉਹ ਹੈਗਾ ਪਰਾਲੀ। ਪਰਾਲੀ ਨੂੰ ਅੱਗ ਲਾਉਣ ਦਾ ਜਿਹੜਾ ਮੁੱਦਾ ਹੈ, ਜਿਹੜਾ ਵਿਸ਼ਾ ਹੈ, ਉਹ ਬਹੁਤ ਗੰਭੀਰ ਹੈ। ਕਈ ਸਾਲਾਂ ਤੋਂ ਤੁਸੀਂ ਹੁਣ ਦੇਖਦੇ ਹੋਵੋਗੇ ਕਿ ਹਰ ਰੋਜ਼ ਟੀਵੀ ਦੇ ਉੱਤੇ ਜਿਹੜੀ ਸੈਂਟਰ ਸਰਕਾਰ ਹੈ ਉਹ ਦਿੱਲੀ ਤੇ ਪੰਜਾਬ ਸਰਕਾਰ ਨੂੰ ਗਾਲਾਂ ਕੱਢ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾ ਰਹੇ ਨੇ, ਇਹ ਪਰਾਲੀ ਕਿਉਂ ਜਲਾਉਂਦੇ ਨੇ ਜੀ, ਦਿੱਲੀ 'ਚ ਇੰਨਾ ਪੋਲੂਸ਼ਨ ਕਿਉਂ ਵੱਧ ਗਿਆ ਜੀ। ਅਸੀਂ ਜਿਹੜੇ ਮੇਰੇ ਕੋਲ ਕਾਗਜ਼ ਨੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ, ਉਹਨਾਂ ਨੂੰ ਕਈ ਮਹੀਨੇ ਪਹਿਲਾਂ ਇਹ ਹੱਲ ਦਿੱਤਾ ਸੀ। ਉਹ ਕਹਿੰਦੇ ਸੀ ਇਹਦਾ ਹੱਲ ਕੀ ਹੈ ਕਿ 1500 ਰੁਪਏ ਸਾਨੂੰ ਸੈਂਟਰ ਦੇ ਦੇ, 500 ਰੁਪਇਆ ਦਿੱਲੀ ਸਰਕਾਰ ਆਪਣੇ ਵੱਲੋਂ ਪਾਊਗੀ, 500 ਰੁਪਇਆ ਪੰਜਾਬ ਸਰਕਾਰ ਪਾ ਲੂਗੀ, 2500 ਰੁਪਇਆ ਪਰ ਏਕੜ ਅਸੀਂ ਕਿਸਾਨਾਂ ਨੂੰ ਜੇ ਵਿੱਤੀ ਸਹਾਇਤਾ ਦੇ ਦਈਏ ਤਾਂ ਉਹ ਇਹਦੇ ਵਿੱਚੋਂ ਕੁਝ ਪੈਸੇ ਖਰਚ ਕੇ ਜੋ ਦਿਹਾੜੀਆਂ ਤੇ ਲੱਗਣਗੇ ਉਹਨਾਂ ਨੂੰ ਖਰਚ ਕੇ ਇਹ ਪਰਾਲੀ ਨੂੰ ਇੱਕ ਪਾਸੇ ਰੱਖ ਲੈਣਗੇ। ਪਰ ਸੈਂਟਰ ਨੇ ਉਹ ਸਾਡੀ ਜਿਹੜੀ ਸਕੀਮ ਸੀ, ਸਾਡਾ ਜਿਹੜੀ ਅਸੀਂ ਇਹਨਾਂ ਨੂੰ ਬਣਾ ਕੇ ਭੇਜੀ ਸੀ ਕਿ ਇਹਦਾ ਹੱਲ ਇਹ ਹੈ, ਉਹਨੂੰ ਮੰਨਿਆ ਨਹੀਂ। ਚਲੋ ਨਹੀਂ ਮੰਨਿਆ, ਫਿਰ ਕਹਿੰਦੇ ਜੀ ਹੋਰ ਹੱਲ ਦਿਓ। ਅਸੀਂ ਇੱਕ ਹੋਰ ਹੱਲ ਦਿੱਤਾ ਕਿ ਪਰਾਲੀ ਤੋਂ ਬਾਇਓ ਐਨਰਜੀ, ਪਰਾਲੀ ਤੋਂ ਬਿਜਲੀ, ਪਰਾਲੀ ਤੋਂ ਹੋਰ ਤਰ੍ਹਾਂ ਦੀਆਂ ਗੈਸਾਂ ਬਣਾਉਣ ਵਾਲੀਆਂ ਬਹੁਤ ਸਾਰੀਆਂ ਫੈਕਟਰੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਆਉਣਾ ਚਾਹੁੰਦੀਆਂ ਨੇ, ਕਿਉਂਕਿ ਪਰਾਲੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਉਹ ਉਸ ਪਰਾਲੀ ਨੂੰ ਚੁੱਕ ਲੈਣਗੀਆਂ। ਸਾਨੂੰ ਉਹਨਾਂ ਪ੍ਰੋਜੈਕਟਾਂ ਨੂੰ ਲਾਉਣ ਦੀ ਇਜਾਜ਼ਤ ਦੇ ਦਿਓ। ਉਹ ਵੀ ਉਹਨਾਂ ਨੇ ਰੱਦ ਕਰਤੀ, ਕਹਿੰਦੇ ਨਹੀਂ ਜੀ। ਅਸੀਂ ਕਿਹਾ ਜੀ ਫਿਰ ਹੋਰ ਕੀ ਕਰੀਏ। ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਖੁਦ ਵੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੁੰਦਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਧੂੰਆਂ ਜਿਹੜਾ ਹੈ ਉਹ ਉਹਦੇ ਆਪਣੇ ਤੇ ਉਹਦੇ ਪਰਿਵਾਰ ਦੇ ਤੇ ਉਹਦੇ ਆਪਣੇ ਪਿੰਡ ਦੇ ਫੇਫੜਿਆਂ ਵਿੱਚ ਦੀ ਲੰਘ ਕੇ ਆਉਂਦਾ ਨਾ, ਬਾਕੀ ਤਾਂ ਕਿਤੇ ਬਾਅਦ ਜਾਂਦਾ ਹੋਊਗਾ। ਪਰ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਸੈਂਟਰ ਸਰਕਾਰ ਹੈ, ਗੱਲ ਗੱਲ ਤੇ ਪੰਜਾਬ ਦੇ ਕਿਸਾਨਾਂ ਨੂੰ ਗਾਲਾਂ ਦੇਈ ਜਾਂਦੇ। ਪੰਜਾਬ ਦੇ ਕਿਸਾਨ ਆਏ, ਪੰਜਾਬ ਦੇ ਕਿਸਾਨ ਐਂ ਕਿਉਂ ਕਰਦੇ ਨੇ। ਤਾਂ ਪੰਜਾਬ ਦੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਕੋਈ ਹੱਲ ਨਹੀਂ ਦਿੱਤਾ ਜਾ ਰਿਹਾ ਤਾਂ ਉਹ ਕੀ ਕਰਨ। ਅਸੀਂ ਵੀ ਉਹਨਾਂ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ, ਹੱਲ ਜਦੋਂ ਅਸੀਂ ਦੱਸਦੇ ਹਾਂ ਤਾਂ ਸੈਂਟਰ ਸਰਕਾਰ ਉਦੋਂ ਮੁੱਕਰ ਜਾਂਦੀ ਹੈ। पराली जल रही है, सभी लोग एक ही सवाल पूछ रहे हैं कि दिल्ली में आम आदमी पार्टी की सरकार है, पंजाब में भी आम आदमी पार्टी की सरकार है, अब पराली क्यों नहीं कम हो रही, अब पराली कब क्यों नहीं हो रही, अब पराली कम क्यों नहीं हो रही है। पराली इसलिए नहीं कम हो रही है क्योंकि केंद्र सरकार ने सहयोग देने से मना कर दिया। केंद्र सरकार सोचती है किसानों को गाली देकर के पराली कम हो सकती है। पराली कम करना है तो किसानों को सहयोग देना पड़ेगा। भारतीय जनता पार्टी की केंद्र सरकार के सामने पंजाब की सरकार ने 3 महीने पहले किसानों के साथ वहां बैठक की, क्योंकि ये सबको पता था कि पराली की समस्या आएगी आएगी। इसलिए पंजाब की आम आदमी पार्टी की सरकार ने वहां बैठक की। बैठक करने के बाद किसानों के साथ बैठक करके ये तय हुआ कि किसानों ने कहा हमें सब्सिडी नहीं चाहिए, हमें इंसेंटिव चाहिए। और उस किसानों के उस डिमांड के आधार पर पंजाब सरकार ने यह प्लान बनाया कि चूंकि ये समस्या सबकी है तो समाधान सभी मिलकर निकालेंगे, तभी इसका समाधान हो सकता है। दिल्ली के अंदर हम तूफानी गति से दिन रात काम कर रहे हैं, लेकिन उससे समाधान नहीं हो सकता, क्योंकि उसमें हरियाणा का भी सहयोग चाहिए, गाजियाबाद का भी हमें सहयोग चाहिए, हमें नोएडा का भी सहयोग चाहिए, हमें गुड़गांव का भी सहयोग चाहिए। हमने अभी तमाम जगह के आपको नाम गिनाए, बहादुरगढ़ का भी सहयोग चाहिए, क्योंकि वहां अगर प्रदूषण बढ़ेगा तो ऐसी कोई दीवार नहीं खड़ी हुई है कि जो हरियाणा के और यूपी के प्रदूषण को रोक देगा। ऐसी कोई दीवार नहीं खड़ी है कि पंजाब का जो प्रदूषण पराली का आ रहा है उसे रोक देगा। एयर सेट की समस्या मिल करके ही इसका समाधान हो सकता है। केंद्र सरकार ने धोखा दिया इसमें, और इसलिए धोखा दिया क्योंकि मुझे लगता है कि किसानों से वो नफरत करते हैं। क्योंकि जिस तरह से किसानों ने आंदोलन चलाया, अगर केंद्र सरकार ने सहयोग किया होता, 500 रुपए सहयोग देने के लिए तैयार थी पंजाब की सरकार। दिल्ली सरकार का तो कोई लेना देना नहीं होता। दिल्ली सरकार, लेकिन दिल्ली के लोगों को
भुगतना पड़ रहा है। इसलिए दिल्ली के मुख्यमंत्री अरविंद केजरीवाल ने निर्णय लिया कि 500 रुपए हम भी सहयोग करेंगे। केंद्र सरकार को सहयोग करने की जब बारी आई, केंद्र सरकार ने हाथ खड़ा कर लिया, केवल इस बात के लिए कि किसानों ने आंदोलन किया था, और आज बदनाम कर रहे हो किसानों को। अगर केंद्र सरकार ने अगर इंसेंटिव दिया होता, अगर पंजाब, दिल्ली और केंद्र सरकार मिलकर के अगर सही निर्णय लिए होते, तो आज पंजाब के अंदर पराली की घटनाएं इतनी नहीं होती। ਤੁਸੀਂ ਸੁਣਿਆ ਕਿ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਰਾਲੀ ਨੂੰ ਲੈ ਕੇ ਕਿਵੇਂ ਸਿਆਸਤ ਭਖ ਰਹੀ ਹੈ ਤੇ ਕਿਵੇਂ ਆਮ ਆਦਮੀ ਪਾਰਟੀ ਪੰਜਾਬ ਦੀ ਵੀ ਤੇ ਆਮ ਆਦਮੀ ਪਾਰਟੀ ਦਿੱਲੀ ਵਾਲੇ ਪਾਸੋਂ ਵੀ ਕੇਂਦਰ ਸਰਕਾਰ ਨੂੰ ਘੇਰਨ 'ਚ ਕੋਈ ਕਸਰ ਨਹੀਂ ਛੱਡੀ। ਤੇ ਅੱਜ ਪਰਾਲੀ ਦੇ ਮੁੱਦੇ ਨਾਲ ਸਾਡੇ ਨਾਲ ਜੁੜਨਗੇ ਭਾਜਪਾ ਤੋਂ ਸੀਨੀਅਰ ਸਪੋਕਸਪਰਸਨ SS ਚੰਨੀ ਜੀ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੇ ਨਾਲ ਹੀ ਸਤਿ ਸ਼੍ਰੀ ਅਕਾਲ ਚੰਨੀ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਤੁਹਾਡੀ ਮੂਵਮੈਂਟ ਨਹੀਂ ਦਿਖੀ। ਤੇ ਨਾਲ ਹੀ ਜੁੜਨਗੇ ਸਾਡੇ ਨਾਲ ਜਸਬੀਰ ਸਿੰਘ ਰਾਜਾ ਗਿੱਲ ਜੀ, ਟਾਂਡੇ ਤੋਂ ਵਿਧਾਇਕ ਨੇ, ਆਮ ਆਦਮੀ ਪਾਰਟੀ ਦਾ ਪੱਖ ਰੱਖਣ ਲਈ। ਆਓ ਉਹਨਾਂ ਦਾ ਵੀ ਸਵਾਗਤ ਕਰ ਲੈਂਦੇ ਹਾਂ। ਚਲੋ ਥੋੜੀ ਦੇਰ ਤੱਕ ਰਾਜਾ ਗਿੱਲ ਜੀ ਵੀ ਸਾਡੇ ਨਾਲ ਜੁੜਨਗੇ। ਤਦ ਤੱਕ ਚੰਨੀ ਜੀ, ਤੁਸੀਂ ਸੁਣਿਆ ਕਿ ਆਮ ਆਦਮੀ ਪਾਰਟੀ ਤਾਂ ਤੁਹਾਨੂੰ ਦੋਨੋਂ ਪਾਸੋਂ, ਪੰਜਾਬ ਵਾਲੇ ਪਾਸੋਂ ਵੀ ਤੇ ਉਧਰੋਂ ਦਿੱਲੀ ਵਾਲੇ ਪਾਸੋਂ ਵੀ, ਉਹ ਤਾਂ ਕਹਿੰਦੇ ਸਾਰਾ ਕੁਝ, ਜੇ ਕੋਈ ਚੀਜ਼ਾਂ ਐਗਜ਼ੀਕਿਊਟ ਨਹੀਂ ਹੋ ਰਹੀਆਂ ਤਾਂ ਉਹ ਤਾਂ ਕਹਿੰਦੇ ਸਾਰੀ ਗੱਲ ਹੀ ਉਹਨਾਂ ਨੇ ਕੇਂਦਰ ਤੇ ਸਿੱਟਤੀ ਹੈ। ਕਿਵੇਂ ਦੇਖ ਰਹੇ ਹੋ? ਇੱਕ ਨਾ ਥੋੜਾ ਬੜਾ ਸਲੋ ਹੈ, ਜ਼ਿਆਦਾ ਨੈਟ ਸਲੋ ਹੈ ਜਾਂ ਪਤਾ ਨਹੀਂ ਕੀ ਪ੍ਰੋਬਲਮ ਹੈ। ਤੁਹਾਡੀ ਆਵਾਜ਼ ਵੀ ਕੱਟ ਕੇ ਆਉਂਦੀ ਹੈ ਔਰ ਉਹਨਾਂ ਦਿੱਲੀ ਦੇ ਮੰਤਰੀ ਦੀ ਆਵਾਜ਼ ਤਾਂ ਸੁਣੀ ਨਹੀਂ। ਐਨੀ ਹਾਊ ਵਿਲ ਮੈਨੇਜ, ਜੋ ਜਿਸ ਤਰ੍ਹਾਂ ਦਾ ਵੀ ਹੈਗਾ ਸਿਸਟਮ ਆਪਣੇ ਕੋਲ। ਗੱਲ ਇਹ ਹੈਗੀ ਹੈ ਕਿ ਸੁਰਿੰਦਰ ਜੀ, ਇਹ ਦੋ ਹੁਣ ਚੀਫ ਮਿਨਿਸਟਰ ਹੋ ਗਏ, ਇੱਕ ਕੇਜਰੀਵਾਲ ਸਾਹਿਬ ਹੋ ਗਏ, ਸੁਪਰੀਮੋ ਹੈ ਇਹਨਾਂ ਦੇ, ਤੇ ਇੱਕ ਸਰਦਾਰ ਭਗਵੰਤ ਸਿੰਘ ਮਾਨ। ਇਹਨਾਂ ਦੋਨਾਂ ਨੇ ਜਦੋਂ ਇਲੈਕਸ਼ਨਾਂ ਪੰਜਾਬ 'ਚ ਹੋਣੀਆਂ ਸੀ, ਇਹਨਾਂ ਨੇ ਮੈਨੀਫੈਸਟੋ ਨਹੀਂ ਦਿੱਤਾ, ਵਾਅਦੇ ਨਹੀਂ ਦਿੱਤੇ, ਬਲਕਿ ਉਹ ਕਹਿੰਦੇ ਉਸ ਤੋਂ ਵੀ ਉੱਪਰ, ਵੈਸੇ ਤਾਂ ਕੋਈ ਪਾਰਟੀ ਇਹੋ ਜਿਹੀ ਪਹਿਲੀ ਵਾਰੀ ਹੋਈ ਜਿਨ੍ਹਾਂ ਨੇ ਲਿਖਤੀ ਮੈਨੀਫੈਸਟੋ ਨਹੀਂ ਕੱਢਿਆ, ਪਰ ਇਹਨਾਂ ਨੇ ਕਿਹਾ ਜੀ ਅਸੀਂ ਗਰੰਟੀਆਂ ਦੇ ਰਹੇ, ਤੇ ਗਰੰਟੀਆਂ ਦੇਣ ਦੇ ਵਾਸਤੇ ਜਿਹੜੀਆਂ ਅਸੀਂ ਕਹਿ ਰਹੇ ਹਾਂ ਉਹਦੇ ਵਾਸਤੇ ਉਹ ਕਹਿੰਦੇ ਜੀ ਜਿਹੜੇ ਸਾਡੇ ਦਿੱਲੀ ਦੇ ਚੀਫ ਮਿਨਿਸਟਰ ਨੇ ਉਹ ਵੀ ਮੇਰੇ ਵਾਂਗੂ ਐਕਸ ਬਿਊਰੋਕਰੈਟ ਨੇ ਤੇ IRS ਤੋਂ ਆਉਂਦੇ ਨੇ, ਜਿਨ੍ਹਾਂ ਨੂੰ ਲੇਖਾ ਜੋਖਾ, ਇਨਕਮ ਟੈਕਸ, ਇਨਕਮ ਕਿੱਧਰ ਕਰਨੀ ਹੈ, ਕਿਵੇਂ ਕਰਨੀ ਹੈ, ਜਿਵੇਂ ਉਹ ਕਰੀ ਜਾਂਦੇ ਨੇ। ਉਹ ਕਹਿੰਦੇ ਜੀ ਉਹਨਾਂ ਨੂੰ ਬਹੁਤ ਤਜਰਬਾ ਹੈ, ਤੇ ਉਹ ਵੀ ਕਹਿੰਦੇ ਜੀ ਮੈਂ ਕੋਈ ਗੱਲ ਬਿਨਾਂ ਕਿਸੇ ਗਿਣਤੀ ਮਿਣਤੀ ਤੋਂ ਨਹੀਂ ਕਰਦਾ, ਕਦੇ ਨਹੀਂ ਮੂੰਹ ਖੋਲ੍ਹਾ। ਮੇਰੀ ਜੇਬ ਦੇ ਵਿੱਚ 54,000 ਕਰੋੜ ਰੁਪਈਆ, 20,000 ਕਰੋੜ ਤਾਂ ਉਹਨਾਂ ਨੇ ਕਿਹਾ ਸੀ ਮੈਂ ਮਾਈਨਿੰਗ ਚੋਂ ਕੱਢੂੰਗਾ, ਤੇ ਉਹ ਆ ਜਾਣਾ ਕਿਉਂਕਿ ਮਾਈਨਿੰਗ ਦਾ ਬੜਾ ਇੱਥੇ ਮਾਫੀਆ ਚੱਲਦਾ ਹੈ, ਤੇ ਬਾਕੀ ਕੁਝ ਸ਼ਰਾਬ ਦੇ ਵਿੱਚੋਂ ਤੇ ਕੁਝ ਕਰਪਸ਼ਨ ਦੀ ਗਈ। ਤੇ ਦੋਨੋਂ ਚੀਫ ਮਿਨਿਸਟਰਾਂ ਨੇ ਕਿਹਾ ਸੀ ਵੀ ਸਾਡੀ ਜੇ ਸਰਕਾਰ ਬਣ ਗਈ ਤਾਂ ਕਿਸਾਨਾਂ ਨੂੰ ਕੋਈ ਸਮੱਸਿਆ ਜਿਹੜੀ ਹੈਗੀ ਦੇਵਾਂਗੇ ਅਸੀਂ, ਤੇ ਉਹਦੇ ਵਾਸਤੇ ਇਹ ਫੈਸਲਾ ਹੋਇਆ ਸੀ ਕਿ 2500 ਰੁਪਈਆ ਪਰ ਏਕੜ ਪਰ ਹਰੇਕ ਕਿਸਾਨ ਨੂੰ ਮਿਲੇਗਾ। ਤੇ ਹੁਣ ਉਹ ਆਪਣੇ ਸਾਹਮਣੇ ਹੈ ਕਿ ਮੈਂ ਇਸ ਗੱਲੋਂ ਬੜਾ ਹੈਰਾਨ ਹੈ ਕਿ ਜ਼ਿੰਮੇਵਾਰੀ ਹੈਗੀ ਹੈ ਪੰਜਾਬ ਸਰਕਾਰ, ਤੇ ਜਾਂ ਤਾਂ ਇਹ ਜਿਹੜੀ ਗੱਲ ਹੁਣ ਕਰ ਰਹੇ ਨੇ ਕਿ ਜੀ ਇਹ ਦਿੱਲੀ ਦੀ ਸਰਕਾਰ ਭੱਜ ਗਈ, ਤੇ ਜਾਂ ਤਾਂ ਇਹ ਜਿਹੜਾ ਮੈਨੀਫੈਸਟੋ ਇਹਨਾਂ ਨੇ ਬਣਾਇਆ ਸੀ ਉਹਦੇ ਵਿੱਚ ਇਹ ਲਿਖ ਦਿੱਤੇ ਵੀ ਜੀ ਮੋਦੀ ਸਾਹਿਬ ਆਉਣਗੇ 1500 ਰੁਪਈਆ, ਤੇ ਪੰਜਾਬ ਸਰਕਾਰ ਪਾਏਗੀ 500, ਤੇ 500 ਪਾਏਗੀ ਦਿੱਲੀ ਸਰਕਾਰ, ਕੇਜਰੀਵਾਲ ਤੇ ਭਗਵੰਤ ਮਾਨ। ਤੇ ਫਿਰ ਤਾਂ ਅਸੀਂ ਦੇਣਦਾਰ ਦੀ ਸੀ, ਅਸੀਂ ਮੰਨ ਲੈਂਦੇ ਜਿਹੜਾ ਇਹਨਾਂ ਦਾ ਮੈਨੀਫੈਸਟੋ ਬਣਾਇਆ ਉਹ ਅਸੀਂ ਵੀ ਉਹਦੇ ਨਾਲ ਸਹਿਮਤੀ ਦੇ ਦਿੰਦੇ। ਤੇ ਜੇ ਇਹਨਾਂ ਨੇ ਵਾਅਦਾ ਆਪਣੇ ਤੌਰ ਤੇ ਕੀਤਾ ਸੀਗਾ ਤੇ ਫਿਰ ਤਾਂ ਵਾਅਦਾ ਇਹਨਾਂ ਨੂੰ ਪੁਗਾਉਣਾ ਪੈਣਾ। ਸਮੱਸਿਆ ਬੜੀ ਗੰਭੀਰ ਹੈ। ਇੱਕ ਤਾਂ ਮੈਨੂੰ ਬੜੀ ਖੁਸ਼ੀ ਕਹੂੰਗਾ ਕਿ ਅੱਜ ਭਗਵੰਤ ਮਾਨ ਜੀ ਪਹਿਲੀ ਵਾਰੀ ਇਸ ਮੁੱਦੇ ਤੇ ਸਮੱਸਿਆ ਤੇ ਬੋਲੇ ਤਾਂ ਹੈ ਵੀ ਆ ਗਏ, ਚਲੋ ਇੱਕ ਗੱਲ ਤਾਂ ਇਹ ਬੜੀ ਚੰਗੀ ਕੀਤੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਦੇਖੋ ਇਹ ਜਿਹੜੀ 2400 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਨੇ ਦਿੱਤਾ ਸੀ, ਉਹਦੇ ਵਿੱਚੋਂ 47% 1147 ਕਰੋੜ ਰੁਪਈਆ ਪੰਜਾਬ ਗਵਰਨਮੈਂਟ ਨੂੰ ਦਿੱਤਾ, ਤੇ ਬਾਕੀ 697 ਹਰਿਆਣੇ ਤੇ ਦੂਜੀਆਂ ਸਟੇਟਾਂ ਨੂੰ ਦਿੱਤਾ। ਉਹਦੀਆਂ ਇਹਨਾਂ ਨੇ ਮਸ਼ੀਨਰੀ ਜਿਹੜੀ ਇਹਨਾਂ ਨੇ ਕਿਹਾ ਸੀ ਆਪਣੇ ਤੌਰ ਤੇ ਇੱਥੋਂ ਦੇ ਬੰਦਿਆਂ ਨੇ ਜਿਹੜੀ ਅਪਰੂਵ ਕੀਤੀ ਉਹਦੇ ਵਾਸਤੇ ਮਿਲ ਗਿਆ। ਪਹਿਲਾਂ ਤਾਂ ਮਸ਼ੀਨਰੀ ਦੇ ਵਿੱਚੋਂ ਵੀ ਉਹ 100 ਕਰੋੜ ਰੁਪਏ ਦੀ ਮਸ਼ੀਨਰੀ ਗਾਇਬ ਹੋ ਗਈ,
ਪਿੱਛੇ ਜੇ ਉਹ ਕਾਕਾ ਨਾਭਾ ਸੀਗਾ ਮਿਨਿਸਟਰ, ਉਹ ਇਹਨਾਂ ਨੂੰ ਸੀਬੀ ਦੀ ਇਨਕੁਆਇਰੀ ਜਾਂ ਈਡੀ ਦੀ ਇਨਕੁਆਇਰੀ ਛੱਡ ਗਿਆ। ਹੁਣ ਗੱਲ ਮੈਂ ਇਹ ਕਹਿਣੀ ਚਾਹੁੰਦਾ, ਦੇਖੋ ਜਿਹੜੀ ਪਰਾਲੀ ਹੈ ਇਹ ਨਾ ਤਾਂ ਜ਼ਿਮੀਂਦਾਰ ਖਾ ਸਕਦੇ ਆ, ਨਾ ਕੋਈ ਹੋਰ ਖਾ ਸਕਦਾ। ਤੇ ਇੱਕ ਬੜੀ ਹੀ ਹਾਸੋਹੀਣੀ ਗੱਲ ਕੀਤੀ ਹੈ ਸਰਕਾਰ ਨੇ। ਮੈਂ ਰਾਜਾ ਗਿੱਲ ਜੀ ਵੀ ਸ਼ਾਇਦ ਮੇਰੇ ਨਾਲ ਸਹਿਮਤ ਹੋਣ ਕਿ ਉਹ ਕਹਿੰਦੇ ਜੀ ਹੁਣ ਜਿਹੜੇ ਨੰਬਰਦਾਰ ਹੈ ਨਾ, ਵੀ ਸਰਕਾਰ ਫੇਲ ਹੋ ਗਈ ਤੇ ਗਵਰਨਮੈਂਟ ਸਟੇਟ ਲੈਵਲ ਤੇ ਫੇਲ ਹੋ ਗਈ ਇਹਨੂੰ ਦੱਸਣ ਵਾਸਤੇ ਜਾਂ ਇਹਨੂੰ ਕਰਬ ਕਰਨ ਵਾਸਤੇ, ਤੇ ਹੁਣ ਅਸੀਂ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਫੇਲ ਹੋ ਗਈ, ਤੇ ਹੁਣ ਸਰ ਨੰਬਰਦਾਰਾਂ ਕੋਲੇ ਕੋਈ ਸਪੈਸ਼ਲ ਪਾਵਰਸ ਨੇ, ਕੋਈ ਖਾਸ ਪ੍ਰੋਵੀਜ਼ਨ ਹੈਗਾ ਵੀ ਜਿਹਦੇ ਥੱਲੇ ਨੰਬਰਦਾਰ ਜ਼ਰੂਰ ਕਿਸਾਨਾਂ ਤੇ ਨਰਮਾਈ ਵੀ ਕਰ ਸਕਦੇ ਆ, ਉਤਸ਼ਾਹਤ ਵੀ ਕਰ ਸਕਦੇ ਆ, ਸਖਤੀ ਵੀ ਕਰ ਸਕਦੇ ਆ, ਤੇ ਨੰਬਰਦਾਰਾਂ ਦੀ ਡਿਊਟੀ ਲਾਉਣ। ਮੈਂ ਤਾਂ ਇੰਨੀ ਸਾਲ ਸਰਵਿਸ ਕੀਤੀ ਹੈ, ਕਦੇ ਨੰਬਰਦਾਰਾਂ ਦੀ ਇਹੋ ਜਿਹੀ ਡਿਊਟੀ ਨਹੀਂ ਲੱਗੀ। ਤੇ ਜੇ ਇਹੀ ਗੱਲ ਸੀਗੀ ਤੇ ਮੈਂ ਕੱਲ ਵੀ ਇੱਕ ਡਿਬੇਟ 'ਚ ਕਿਹਾ ਸੀਗਾ ਵੀ ਫੇਰ ਆਪਾਂ ਜਿਵੇਂ ਹੁਣ ਇਹਨਾਂ ਨੇ ਗੁਜਰਾਤ 'ਚ ਇੱਕ ਨੰਬਰ ਦਿੱਤਾ ਵੀ ਚੀਫ ਮਿਨਿਸਟਰ ਤੋਂ ਕਿਹਨੂੰ ਬਣਾਉਣਾ ਹੈ, ਤੇ ਇੱਥੇ ਪੰਜਾਬ 'ਚ ਵੀ ਦਿੱਤਾ ਸੀ। ਪਹਿਲਾਂ ਤਾਂ ਕਹਿੰਦੇ ਬਹੁਤ ਵੱਡਾ ਪਤਾ ਨਹੀਂ ਕਿੱਦਾਂ ਦਾ ਅਸੀਂ ਚੀਫ ਮਿਨਿਸਟਰ ਲਿਆ ਕੇ ਦੇਵਾਂਗੇ, ਅਖੀਰ ਭਗਵੰਤ ਮਾਨ ਜੀ ਹੀ ਉਹਨਾਂ ਨੂੰ ਪਿਕਅਪ ਕਰਨੇ ਪਏ। ਤੇ ਉਹ ਮੈਂ ਕਿਹਾ ਹੁਣ ਫਿਰ ਨੰਬਰਦਾਰਾਂ ਦੇ ਵਿੱਚੋਂ ਕਿਹਨੂੰ ਆਪਾਂ ਚੀਫ ਮਿਨਿਸਟਰ ਬਣਾਉਣਾ ਹੈ ਤੇ ਕਿਹਨੂੰ ਧਾਲੀਵਾਲ ਸਾਹਿਬ ਦੀ ਜਗ੍ਹਾ ਤੇ ਐਗਰੀਕਲਚਰ ਮਿਨਿਸਟਰ ਬਣਾ, ਆਪਾਂ ਜਾਂ ਉਹ ਵੀ ਲੋਕ ਪੁੱਛ ਲਈਏ ਵੀ ਭਾਈ ਨੰਬਰਦਾਰੋ ਦੱਸੋ ਤੁਹਾਡੇ ਚੋਂ ਕਿਹੜਾ ਕੀ ਬਣੂਗਾ। ਜੇ ਨੰਬਰਦਾਰਾਂ ਨੇ ਸਰਕਾਰ ਚਲਾਣੀ ਹੈ ਤੇ ਫਿਰ ਆਪਾਂ ਨੰਬਰਦਾਰਾਂ ਨਾਲ ਗੱਲ ਕਰ ਲਈਏ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਨੇ ਦੇਖੋ ਹਰੇਕ ਪੋਲੀਟੀਕਲ ਪਾਰਟੀ ਤੇ ਜਿਹੜਾ ਮੀਡੀਆ ਹੈ ਉਹ ਹਮੇਸ਼ਾ ਸਰਕਾਰ ਨਵੀਂ ਨੂੰ ਹਨੀਮੂਨ ਪੀਰੀਅਡ ਦਿੰਦਾ ਹੈ, ਤੇ ਉਹ ਕਹਿੰਦੇ ਆ ਵੀ ਭਾਈ ਇੱਕ ਦਿਨ 'ਚ ਕੁਝ ਨਹੀਂ ਹੋ ਸਕਦਾ, ਇਹਨਾਂ ਨੂੰ ਟਾਈਮ ਦਿਓ, ਇਹਨਾਂ ਨੂੰ ਸੈਟਲ ਹੋਣ ਦਿਓ ਤੇ ਫਿਰ ਗੱਲ ਕਰਨਗੇ। ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਆਉਣ ਸਾਰ ਇੰਨਾ ਰੌਲਾ ਪਾਤਾ ਕਿ ਜੀ ਅਸੀਂ ਆਹ ਕਰਦਾ। ਹੁਣ ਵੀ ਅੱਜ ਵੀ ਜਿਹੜਾ ਇਸ਼ਤਿਹਾਰ ਹੈ ਬੜੇ ਦਿਨਾਂ ਤੋਂ ਚੱਲ ਰਿਹਾ ਕਿ ਜੀ 7 ਮਹੀਨੇ 70 ਸਾਲ, ਵੀ ਜੋ 70 ਸਾਲਾਂ 'ਚ ਨਹੀਂ ਹੋਇਆ ਅਸੀਂ 7 ਮਹੀਨੇ 'ਚ ਕਰਤਾ। ਫਿਰ ਭਾਈ ਪਰਾਲੀ ਵੀ ਕਰ ਦਿਓ, ਪਰਾਲੀ ਤਾਂ ਸਾਡਾ ਮੁੱਦਾ ਪਹਿਲਾਂ, ਜਿਵੇਂ ਭਗਵੰਤ ਮਾਨ ਜੀ ਕਹਿ ਰਹੇ ਆ, ਸਾਡਾ ਪਹਿਲਾਂ ਕਿਸਾਨ ਖੁਦ, ਫਿਰ ਉਹਦੇ ਬੱਚੇ, ਫਿਰ ਕਿਤੇ ਗਾਂਹ ਜਾਂਦਾ ਹੈ। ਤੇ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਹੈ ਕਿ ਜਿਹੜੀ ਦਿੱਲੀ ਹੈਗੀ ਹੈ, ਦਿੱਲੀ ਦਾ ਜਿਹੜਾ ਆਪਣਾ ਪੋਲਿਊਸ਼ਨ ਹੈ, ਚਾਹੇ ਵਹੀਕਲਸ ਦਾ ਹੈਗਾ ਸਭ ਤੋਂ ਜ਼ਿਆਦਾ, ਫਿਰ ਕੰਸਟਰਕਸ਼ਨ ਦਾ ਹੈਗਾ, ਫਿਰ ਇੰਡਸਟਰੀ ਦਾ ਹੈਗਾ, ਫਿਰ ਰੋਡ ਡਸਟ ਦਾ ਹੈਗਾ, ਫਿਰ ਜਿਹੜੀ ਬਾਇਓਗੈਸ ਜਿਹੜੀ ਆਪਾਂ ਚਲਾਉਂਦੇ ਹਾਂ, ਫਿਰ ਚੁੱਲ੍ਹੇ ਚਲਾਉਂਦੇ ਹਾਂ, ਉਹਨਾਂ ਨਾਲ ਜਿਹੜਾ ਦਿੱਲੀ ਦਾ ਪੋਲਿਊਸ਼ਨ ਹੈਗਾ ਉਹ ਬਹੁਤ ਹਾਈ ਆ, ਆਲਵੇਜ਼ ਹੁੰਦਾ ਹੈ। ਇਹਨਾਂ ਦੀ ਕੋਈ ਨਵੀਂ ਗੱਲ ਨਹੀਂ। ਹੁੰਦਾ ਕੀ ਹੈ ਕਿ ਜਦੋਂ ਆਪਾਂ ਜਿਹੜਾ ਭਾਂਡਾ ਭਰ ਲਈਏ ਉਹਦੇ ਵਿੱਚੋਂ ਜਦੋਂ 2 ਤੁਪਕੇ ਕਿਤੇ ਬਾਹਰ ਨੂੰ ਪਾ ਲਈਏ ਤਾਂ ਫਿਰ ਉਹ ਪਾਸੇ ਤੇ ਡੁੱਲਣ ਲੱਗ ਜਾਂਦਾ। ਉਹ ਜਿਹੜੀ ਸਵੈਰਿਟੀ ਹੈਗੀ ਆਨੰਦ ਵਿਹਾਰ ਦੀ ਪਰਸੋਂ ਜਿਹੜੀ 454 ਸੀ, ਜਿਹੜੀ ਕਿ ਮੋਸਟ ਸੀਰੀਅਸ ਕੈਟੇਗਰੀ ਚ ਆ ਗਈ ਜੀ। ਇਸੇ ਤੇ ਮੈਂ ਜੋ ਤੁਸੀਂ ਕਿਹਾ ਉਸ ਤੇ ਵੀ ਇੱਕ ਸਵਾਲ ਹੋਰ ਖੜਾ ਕਰਾਂਗਾ, ਪਰ ਪਹਿਲਾਂ ਆਪਾਂ ਰਾਜਾ ਜੀ ਨੂੰ ਆਪਾਂ ਇਨਵਾਈਟ ਕਰੀ, ਜਸਵੀਰ ਸਿੰਘ ਰਾਜਾ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਤਾਂ ਗਿੱਲ ਸਾਹਿਬ ਤੁਹਾਨੂੰ ਤੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਤੁਸੀਂ ਚੰਨੀ ਜੀ ਨੂੰ ਸੁਣਿਆ ਤੇ ਤੁਹਾਡੇ ਵਾਲੇ ਪਾਸੋਂ ਆਰੋਪ ਲੱਗਦੇ ਨੇ ਕੇਂਦਰ ਸਰਕਾਰ ਤੇ। ਕੇਂਦਰ ਸਰਕਾਰ ਗੱਲ ਕਰ ਦਿੰਦੀ ਹੈ ਕਿ ਹਾਂ ਜੀ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਜੇ ਇਹ ਲਿਖ ਦਿੰਦੇ ਕਿ ਹਾਂ ਕਿ ਜੇ ਮੋਦੀ ਜੀ ਰਹਿਣਗੇ ਤੇ ਜੇ ਮੋਦੀ ਜੀ ਸਾਨੂੰ 1500 ਰੁਪਇਆ ਦੇਣਗੇ ਫਿਰ ਪਰਾਲੀ ਦਾ ਹੱਲ ਹੋਊਗਾ, ਕਹਿੰਦੇ ਫਿਰ ਸ਼ਾਇਦ ਅਸੀਂ 1500 ਦੇ ਦਿੰਦੇ। ਚੰਨੀ ਜੀ ਮੈਂ ਗਲਤ ਨਹੀਂ ਕਹਿ ਰਿਹਾ, ਇਹੀ ਗੱਲ ਹੋਈ ਉਹਨੇ। ਹਾਂ ਮੈਨੀਫੈਸਟੋ ਇਹਨੂੰ ਗਿੱਲ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਕਿ ਉਧਰੋਂ ਮਾਨ ਸਾਹਿਬ ਕਹਿੰਦੇ ਅਸੀਂ ਇੱਕ 1500 ਦਾ ਜਿਹੜਾ ਪ੍ਰਸਤਾਵ ਰੱਖਿਆ ਸੀ, ਕੇਂਦਰ ਸਰਕਾਰ ਹੱਥ ਖੜੇ ਕਰ ਗਈ ਤੇ ਕੇਂਦਰ ਸਰਕਾਰ ਤੁਹਾਡੇ ਮੈਨੀਫੈਸਟੋ ਤੇ ਸਵਾਲ ਚੱਕ ਰਹੀ ਹੈ ਜੀ। ਪਹਿਲਾਂ ਤਾਂ ਮੇਰੀ ਬੇਨਤੀ ਹੈ, ਬੜੇ ਸਤਿਕਾਰਯੋਗ ਨੇ, ਆਪਾਂ ਜਿਹੜੇ ਮੁੱਦੇ ਤੇ ਬੈਠੇ ਆਪਾਂ ਉਹਦੇ ਤੇ ਡਿਸਕਸ ਕਰੀਏ ਵੀ ਇਹਦਾ ਹੱਲ ਕਿੱਦਾਂ ਨਿਕਲ ਸਕਦਾ ਤੇ ਇਹਦੀ ਕਿਹੜੀ ਬੋਂਦਬੰਦੀ ਕੀਤੀ ਜਾਵੇ ਜਿਹਦੇ ਨਾਲ ਆਪਾਂ ਇੱਥੋਂ ਛੁਟਕਾਰਾ ਪਾਈਏ। ਬਿਲਕੁਲ। ਠੀਕ ਹੈ ਜੀ। ਜੇ ਮੈਂ ਵੀ ਉਸ ਟੌਪਿਕ ਤੇ ਇਹਨਾਂ ਵਾਂਗੂ ਦੂਏ ਪਾਸੇ ਨੂੰ ਤੁਰ ਪਿਆ ਤਾਂ ਮੇਰੇ ਖਿਆਲ ਜਿਹੜਾ ਆਪਾਂ ਮੁੱਦੇ ਲਈ ਇਕੱਠੇ ਹੋਏ ਇਹ ਨੱਪ ਹੋ ਜਾਏਗਾ। ਠੀਕ ਹੈ ਜੀ। ਪਹਿਲੀ ਤਾਂ ਗੱਲ ਹੈ ਕਿ ਚੀਫ ਮਿਨਿਸਟਰਾਂ ਦੀ ਮੀਟਿੰਗ ਕੀਤੀ ਗਈ, ਸੈਂਟਰ ਵੱਲੋਂ ਸੁਝਾਅ ਪੁੱਛੇ ਗਏ ਸਨ। ਠੀਕ ਹੈ ਜੀ। ਉਹਦੇ ਵਿੱਚ ਅਸੀਂ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਤੁਸੀਂ 1500 ਰੁਪਏ ਮੁਆਵਜ਼ਾ ਸਾਡੀ ਹੈਲਪ ਕਰੋ, 1000 ਰੁਪਇਆ ਅਸੀਂ ਦੇਵਾਂਗੇ, 2500 ਹੋ ਜਾਓ। ਚਲੋ ਉਹ ਵੀ ਇਹ ਨਹੀਂ ਮੰਨੀ। ਫਿਰ ਅਸੀਂ ਕੇਂਦਰ ਨੂੰ ਇੱਕ ਹੋਰ ਹੱਲ ਦੱਸਿਆ ਕਿ ਜਿਹੜੀ ਗੈਸ ਆ ਇੰਡਸਟਰੀ ਲਈ ਸਾਨੂੰ ਮਨਜ਼ੂਰੀ ਦਿੱਤੀ ਜਾਵੇ, ਇਹਨੇ ਉਹ ਵੀ ਠਲਕਾਤੀ। ਪਰ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੈ ਜੀ, ਕੱਲਾ ਦਿੱਲੀ ਤੇ ਪੰਜਾਬ ਦੇ ਕਿਉਂ ਸਵਾਲ ਚੁੱਕੀ ਜਾਂਦੇ ਆ? ਹਰਿਆਣਾ ਤੇ ਰਾਜਸਥਾਨ ਦੇ ਕਈ ਸ਼ਹਿਰਾਂ ਵਿੱਚ
ਜਿਹੜੀ ਰਿਪੋਰਟ ਆਈ ਆ ਆਪਣੇ 에ਅਰ ਕੰਟਰੋਲ ਦੀ, ਉਹ ਪੰਜਾਬ ਨਾਲੋਂ ਵੀ ਜ਼ਿਆਦਾ ਖਰਾਬ ਆ। ਉਹਦੇ ਤੇ ਕਿਉਂ ਨਹੀਂ ਸਵਾਲ ਕਦੀ ਇਹ ਨਹੀਂ ਕੀਤਾ? ਫਰੀਦਾਬਾਦ ਦੀ ਲਿਸਟ ਵਿੱਚ ਸਭ ਤੋਂ ਜਿਹੜੀ ਹੁਣ ਲਿਸਟ ਆਈ ਆ, ਫਰੀਦਾਬਾਦ ਸਭ ਤੋਂ ਮੋਹਰੀ ਸੂਬਾ ਉਹਦੇ ਵਿੱਚ, ਉਹਦੇ ਤੇ ਕਦੀ ਨਹੀਂ ਪੁੱਛਦੇ। ਇਹ ਸਾਨੂੰ ਪਤਾ ਕੀ ਪੁੱਛਦੇ ਆ ਜੀ, ਚਿੱਠੀਆਂ ਪਾ ਪਾ ਕੇ। ਇਹ ਐਕਚੁਅਲੀ ਇਹਨਾਂ ਦੇ ਮਨ 'ਚ ਮੋਦੀ ਸਾਹਿਬ ਦੇ ਗੁੱਸਾ ਆ, ਜਿਹੜਾ ਆਪਾਂ ਕਿਸਾਨਾਂ ਨੇ ਦਿੱਲੀ ਮੋਰਚਾ ਲਾਇਆ, ਉਹਦੀ ਹੱਲੇ ਪੀੜ ਹੋਈ ਜਾਂਦੀ ਆ। ਸਾਨੂੰ ਹਰੇਕ ਚਿੱਠੀ ਦੇ ਵਿੱਚ ਇਹ ਪੁੱਛਦੇ ਜੀ ਕਿਸਾਨਾਂ ਤੇ ਕਿੰਨੇ ਪਰਚੇ ਕੀਤੇ, ਕਿੰਨੇ ਪਰਚੇ ਹੋ ਗਏ। ਸ਼ਾਇਦ ਕੇਂਦਰ ਦੇ ਮਨ ਵਿੱਚ ਕਿਸਾਨਾਂ ਪ੍ਰਤੀ ਨਫ਼ਰਤ ਆ, ਖੇਤੀ ਅੰਦੋਲਨ ਦੀ ਜਿਹੜੀ ਭਾਵਨਾ ਉਹ ਇਹ ਹੁਣ ਸਾਡੇ ਵਿੱਚ ਦੀ ਕੱਢਦੇ ਆ। ਦੇਖੋ, ਪੰਜਾਬ ਸਰਕਾਰ ਨੂੰ 7 ਮਹੀਨੇ ਹੋ ਗਏ ਆ, ਅਸੀਂ ਵਾਅਦੇ ਕੀਤੇ, ਅਸੀਂ ਉਹ ਵਾਅਦਿਆਂ ਤੇ ਖਰੇ ਉਤਰ ਰਹੇ ਆ। ਕੱਲੀ ਇੱਕ ਮੁਸ਼ਕਲ ਹੋਵੇ ਤਾਂ ਉਹਦਾ ਹੱਲ ਹੋ ਜਾਂਦਾ। ਇਹਨਾਂ ਨੇ 70 ਸਾਲ ਬੀਜੇਪੀ, ਅਕਾਲੀ ਦਲ ਤਾਂ ਕਾਂਗਰਸ ਨੇ ਰਾਜ ਕੀਤਾ। ਮੈਂ ਇਹ ਬੜੇ ਉੱਚ ਅਹੁਦੇ ਤੇ ਰਹੇ ਆ, ਬੜੀ ਸਿਆਣਪ ਵਾਲੇ ਆ। ਜੇ ਭਾਈ ਸਾਹਿਬ ਜੀ ਉਹਨੀ ਇਹ ਕੰਮ ਕੀਤੇ ਹੁੰਦੇ ਚੰਗੇ ਤਾਂ ਅੱਜ ਸਾਨੂੰ ਆਹ ਦਿਨ ਨਹੀਂ ਦੇਖਣੇ ਪੈਣੇ ਸੀ। ਸਾਡੀ ਜਵਾਨੀ ਜਿਹੜੀ ਮੋਸਟ ਇੰਟੈਲੀਜੈਂਟ ਸੀਗੀ, ਉਹ ਬਾਹਰ ਨੂੰ ਨਾ ਜਾਂਦੀ ਤਾਂ ਨਾ ਇਹ ਪ੍ਰੋਬਲਮਾਂ ਖੜੀਆਂ ਹੁੰਦੀਆਂ। ਇਹ ਨਹੀਂ ਤਾਂ ਸਾਡਾ ਕਿਸਾਨਾਂ ਦਾ ਵੀ ਬੇੜਾ ਗਰਕ ਕੀਤਾ, ਕਿਸਾਨਾਂ ਦੇ ਜਨਰੇਸ਼ਨ ਦਾ ਵੀ ਬੇੜਾ ਗਰਕ ਕੀਤਾ। ਲੋਕਾਂ ਦੀ ਇਹਨਾਂ ਨੂੰ ਪੁੱਛੋ, ਮੈਂ ਬਹੁਤ ਪੁਰਾਣਾ ਨਹੀਂ ਜਾਣਾ ਚਾਹੁੰਦਾ, 2004 ਤੋਂ ਇਹ ਆਫੀਸਰ ਰਹੇ ਨੇ, ਬੜੇ ਉੱਚੇ ਅਹੁਦੇ ਤੇ ਰਹੇ ਨੇ। 2000 ਤੋਂ ਲੈ ਕੇ 2021 ਤੱਕ ਮੈਨੂੰ ਇਹ ਦੱਸਣ ਕਿੰਨੀਆਂ ਨਵੀਆਂ ਪੋਸਟਾਂ, ਕਿੰਨੀਆਂ ਕਿ ਨਹੀਂ ਭਰਤੀ ਕੀਤੀ ਦੁਨੀਆ, ਕਿੰਨੀਆਂ ਕਿ ਨੌਜਵਾਨਾਂ ਨੂੰ ਕੰਮ ਦਿੱਤਾ। ਹਾਲਾਤ ਇਹ ਹੋ ਗਏ ਸੀ, ਇਹ ਨਹੀਂ ਕਰਦੇ ਸੀ। ਜਿਹੜੀ ਪੋਸਟ ਤੋਂ ਬੰਦਾ ਰਿਟਾਇਰ ਹੁੰਦਾ ਸੀਗਾ, ਉਹਦੀ ਜਗ੍ਹਾ ਕੋਈ ਨਵਾਂ ਬੰਦਾ ਭਰਤੀ ਕੀਤਾ ਹੀ ਨਹੀਂ। ਨਹੀਂ ਅੱਜ ਇਹ ਗੱਲਾਂ ਮਾਰਦੇ, ਜਿਹੜੀ ਨੌਜਵਾਨ ਸਾਡੀ ਪੀੜ੍ਹੀ ਬਾਹਰ ਚਲ ਗਈ, ਇੰਟੈਲੀਜੈਂਟ, ਬਾਹਰਲੇ ਦੇਸ਼ਾਂ ਦੇ ਵਿੱਚ ਬੱਚੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਆ। ਜੇ ਅੱਜ ਉਹ ਪੰਜਾਬ ਦੇ ਵਿੱਚ ਹੁੰਦੇ ਤਾਂ ਇਹ ਨੌਬਤਾਂ ਨਹੀਂ ਆਉਣੀਆਂ ਸੀ ਸਾਡੇ ਕੋਲ। ਇਹ ਆਫੀਸਰ ਆਪ ਜਾਣਦੇ ਆ। ਗਿੱਲ ਸਾਹਿਬ ਮੈਂ ਮਾਫੀ ਚਾਹਨਾ, ਆਪਾਂ ਪਰਾਲੀ ਦੇ ਮੁੱਦੇ ਨੂੰ ਪਹਿਲਾਂ ਹੱਲ ਕਰੀਏ। ਇਸ ਮੁੱਦੇ ਤੇ ਆਪਾਂ ਫਿਰ ਜ਼ਰੂਰ ਬੈਠਾਂਗੇ ਜੀ। ਹਾਂ, ਪਰਾਲੀ ਦੇ ਮੁੱਦੇ ਤੇ ਆਪਾਂ ਨੂੰ ਦੇਖੋ ਉਦਘਾਟਨ ਕੀਤਾ ਪਿੱਛੇ ਜੇ ਤੁਸੀਂ ਦੇਖਿਆ ਸਾਰਿਆਂ ਨੇ ਕਿ ਪੋਰਟਲ ਕਲਾਂ ਆ ਸੰਗਰੂਰ ਦੇ ਵਿੱਚ, ਉੱਥੇ 33 ਟਨ ਰੋਜ਼ ਪਰਾਲੀ ਜਿਹੜੀ ਆ ਸਾੜੀ ਜਾਂਦੀ ਆ, ਕੰਮ ਆ ਗਈ। ਠੀਕ ਹੈ ਨਾ, ਉਹਦੇ ਤੋਂ ਬਿਜਲੀ ਪੈਦਾ ਹੋ ਰਹੀ, ਗੈਸ ਪੈਦਾ ਹੋ ਰਹੀ। ਜਾਂ ਤਾਂ ਇਹ ਸਾਨੂੰ ਪਰਮਿਸ਼ਨਾਂ ਦੇਣ ਪੰਜਾਬ ਨੂੰ, ਅਸੀਂ ਉਹ ਇੰਡਸਟਰੀ ਇਦਾਂ ਦੀ ਕਾਇਮ ਕਰ ਸਕੀਏ ਤਾਂ ਕਿ ਜਿਹੜਾ ਪਰਾਲੀ ਦਾ ਹੱਲ ਆ ਉਹ ਨਿਕਲ ਸਕੇ। ਅਸੀਂ ਕੋਸ਼ਿਸ਼ ਕੀਤੀ, ਆਪਣੇ ਲੈਵਲ ਤੇ ਸੁਪਰ ਸੀਡਰ ਦਿੱਤੇ ਗਏ, ਹੈਪੀ ਸੀਡਰ ਦਿੱਤੇ ਗਏ ਤਾਂ ਕਿ ਕਿਸਾਨ ਜਿਹੜੀ ਪਰਾਲੀ ਆ ਉਹ ਵੇਚਵੇ। ਫਿਰ ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਆ, ਟਾਂਡੇ ਹਲਕੇ ਨੂੰ। ਅਸੀਂ ਜਿਹੜੇ ਪਰਾਲੀ ਇਕੱਠੀ ਕਰਨੇ ਵਾਲੇ ਯੰਤਰ ਸੀਗੇ, ਟਰਾਲੀਆਂ, ਮੈਂ ਆਪਣੇ ਏਰੀਏ 'ਚ 50 ਲਾਈਆਂ ਹੋਈਆਂ ਵੀ ਕਿਸਾਨਾਂ ਨੂੰ ਦਿੱਕਤ ਨਾ ਆਵੇ। ਉਹ ਅਸੀਂ ਉਹਨਾਂ ਦੀ ਪਰਾਲੀ ਨੂੰ ਇਕੱਠਾ ਕਰਕੇ ਉਹ ਵਰਤਨਯੋਗ ਹੋ ਜਾਵੇ, ਪਰਾਲੀ ਹੋ ਜਾਵੇ। ਤਾਂ ਅਸੀਂ 50 ਖੇਤ ਵੀ ਪ੍ਰੋਵਾਈਡ ਕਰਾਏ ਉਹਨਾਂ ਨੂੰ, ਜਿੱਥੇ ਉਹ ਪਰਾਲੀ ਇਕੱਠੀ ਕਰਕੇ ਰੱਖਦੇ ਆ। ਸਾਡੇ ਏਰੀਏ 'ਚ ਐਤਕੀ ਦੇਖੋ ਪਿਛਲੀ ਵਾਰ ਨਾਲੋਂ ਲੋਕਾਂ ਨੂੰ ਸਮਝ ਵੀ ਆਈ ਆ। ਅਸੀਂ ਖੇਤੀਬਾੜੀ ਯੂਨੀਵਰਸਿਟੀ ਦੇ ਸਟੂਡੈਂਟਾਂ ਨੂੰ ਨਾਲ ਲਿਆ, ਉੱਥੇ ਦੇ ਅਧਿਆਪਕਾਂ ਨੂੰ ਨਾਲ ਲਿਆ, ਪ੍ਰਸ਼ਾਸਨ ਨੂੰ ਨਾਲ ਲਿਆ, ਪਿੰਡਾਂ ਦੇ ਵਿੱਚ ਭੇਜਿਆ। ਲੋਕਾਂ ਨੂੰ ਵੀ ਇਹਦੇ ਬਾਵਜੂਦ ਦੱਸਿਆ ਕਿ ਜਿਹੜਾ ਪਰਾਲੀ ਸਾੜਨ ਨਾਲ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ। ਅਸੀਂ ਵੀ ਉਪਰਾਲੇ ਕਰ ਰਹੇ ਹਾਂ। ਸਾਨੂੰ ਸੈਂਟਰ, ਪੰਜਾਬ ਦਾ ਟੈਕਸ ਸੈਂਟਰ ਨੂੰ ਵੀ ਜਾਂਦਾ ਆ, ਸੈਂਟਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਭਾਈ ਠੀਕ ਆ, ਜੇ ਤੁਸੀਂ ਇਸ ਕੰਡੀਸ਼ਨ ਤੇ ਆ, ਅਸੀਂ ਭਾਈ ਤੁਹਾਡੇ ਨਾਲ ਖੜੇ ਆ ਮੋਢੇ ਨਾਲ ਮੋਢਾ ਲਾ ਕੇ। ਪਰ ਇਹ ਤਾਂ ਉਸ ਪਾਸੇ ਨੂੰ ਤੁਰਦਾ ਹੀ ਨਹੀਂ। ਇਹ ਤਾਂ ਬਸ ਸਾਨੂੰ ਪੁੱਛਦੇ ਕਿਸਾਨਾਂ ਦੇ ਕਿੰਨੇ ਪਰਚੇ ਕਰਤੇ ਆ, ਕੀ ਕਰਤਾ। ਕੋਈ ਚੰਗੀ ਸਲਾਹ ਦਿਓ, ਚੰਗੇ ਕੋਈ ਪੜ੍ਹੇ ਲਿਖੇ ਹੋ, ਕੋਈ ਚੰਗੀ ਗੱਲ ਕਰੋ ਜਿਹਦੇ ਨਾਲ ਇਹ ਜਿਹੜੀ ਹੈਗੀ ਆ ਪਰਾਲੀ ਦੀ ਸਮੱਸਿਆ ਉਹਨੂੰ ਆਪਾਂ ਦੂਰ ਕਰ ਸਕੀਏ। ਚੰਨੀ ਜੀ, ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਵਾਕਈ ਪਰਾਲੀ ਦਾ ਜੋ ਇਸ ਟਾਈਮ ਹਾਲ ਚੱਲ ਰਿਹਾ ਹੈ ਕਿ ਅੱਗ ਲਾਉਣ, ਤੁਸੀਂ ਵਾਕਈ ਨੂੰ ਜਾਇਜ਼ ਸਮਝਦੇ ਹੋ ਕਿ ਨਜਾਇਜ਼ ਸਮਝਦੇ ਹੋ? ਤੁਹਾਨੂੰ ਲੱਗਦਾ ਹੈ ਕਿ ਵਾਕਈ ਪਰਾਲੀ ਇੱਕ ਮੁੱਦਾ ਹੈ, ਪਰਾਲੀ ਨੂੰ ਅੱਗ ਲਾਉਣਾ ਇੱਕ ਮੁੱਦਾ ਹੈ ਇਸ ਟਾਈਮ? ਕਿ ਵਾਕਈ ਦਿੱਲੀ ਦੇ ਵਿੱਚ ਜੇ ਪੋਲੂਸ਼ਨ ਹੋ ਰਿਹਾ ਹੈ, ਕਿ ਉਹਦੇ ਵਿੱਚ ਤੁਸੀਂ ਸਮਝਦੇ ਹੋ ਕਿ ਪਰਾਲੀ ਦਾ ਹੱਥ ਹੈਗਾ ਵੀ ਜਿਹੜੀ ਅੱਗ ਲੱਗ ਰਹੀ ਹੈ? ਪਹਿਲਾਂ ਤਾਂ ਇਸ ਤੇ ਕਲੀਅਰ ਹੋਈਏ ਆਪਾਂ, ਕਿਉਂਕਿ ਜਿਹੜੀ ਗੱਲ ਤੁਸੀਂ ਪਹਿਲਾਂ ਕਹਿ ਰਹੇ ਸੀ ਨਾ ਕਿ ਉਸ ਦੇ ਵਿੱਚ ਪਰਾਲੀ ਦੇ ਨਾਲ ਹੋਰ ਬੜੇ ਕਾਰਨ ਨੇ ਜਿਹੜਾ ਦਿੱਲੀ ਪੋਲਿਊਟਿਡ ਹੈ, ਬਿਲਕੁਲ ਤੁਹਾਡੀ ਗੱਲ ਵਾਜਬ ਹੈ। ਹੁਣ ਉੱਥੇ ਅਗਰ ਆਮ ਆਦਮੀ ਪਾਰਟੀ ਨੇ, ਤੁਹਾਨੂੰ ਵੀ ਧਿਆਨ ਹੋਣਾ ਹੈ, ਜਦੋਂ OD1 ਚਲਾਉਂਦੀ ਹੈ, ਕੋਈ ਵੀ ਇਹੋ ਜਿਹੇ ਸਟੈਪ ਚੱਕਦੀ ਹੈ, ਉਸ ਤੇ ਫਿਰ ਆਪਾਂ ਸਵਾਲ ਕਿਉਂ ਖੜੇ ਕਰਦੇ ਹਾਂ
ਇੱਥੇ ਉੱਥੇ ਵੀ ਬੀਜੇਪੀ ਵਾਲੇ ਸਵਾਲ ਖੜੇ ਕਰ ਦਿੰਦੇ ਨੇ ਕਿ ਹਾਂਜੀ ਇਹਨਾਂ ਨੇ ਤਾਂ ਓਡ-ਈਵਨ ਕਿਉਂ ਚਲਾ ਦਿੱਤਾ, ਅਸੀਂ ਤਾਂ ਤੁਹਾਡੇ ਵਿਧਾਇਕ ਉੱਥੇ ਸੜਕਾਂ ਤੇ ਜਾਣਬੁੱਝ ਕੇ ਗੱਡੀਆਂ ਲੈ ਕੇ ਪਹੁੰਚ ਜਾਂਦੇ ਨੇ ਕਿ ਨਹੀਂ ਜੀ ਅੱਜ ਜੇ ਓਡ ਹੈ ਤਾਂ ਮੈਂ ਤਾਂ ਈਵਨ ਲੈ ਕੇ ਜਾਊਂਗਾ। ਤਾਂ ਉੱਥੇ ਵੀ ਤੁਸੀਂ ਫਿਰ ਉਹ ਹੁੰਗਾਰਾ ਕਿਉਂ ਨਹੀਂ ਦਿੰਦੇ? ਕਿਉਂਕਿ ਆਪਾਂ ਨੂੰ ਪਹਿਲਾਂ ਇਹ ਕਲੀਅਰ ਕਰਨਾ ਪਏਗਾ ਸਟੈਂਡ ਕਿ ਵਾਕਈ ਪੋਲੂਸ਼ਨ ਹੈ ਕਿ ਨਹੀਂ ਹੈ। ਹੱਲ ਤਾਂ ਦੇਖੋ, ਹੱਲ ਤਾਂ ਦੋਨਾਂ ਨੇ ਰਲ ਕੇ ਹੀ ਕੱਢਨੇ ਆ ਜੀ। ਇੱਕ ਜੀ ਮੇਰੀ ਹਰਿਆਣਾ ਤੇ ਰਾਜਸਥਾਨ ਤੇ ਕਿਉਂ ਨਹੀਂ ਇਹ ਕੋਈ ਗੱਲ ਕਰਦੇ? ਕੱਲਾ ਪੰਜਾਬ ਨੂੰ ਕਿਉਂ ਠੋਕਣ ਤੇ ਲੱਗੇ ਹੋਏ? ਹਮੇਸ਼ਾ ਪੰਜਾਬ ਨਹੀਂ ਗਿੱਲ ਸਾਹਿਬ, ਸਾਹਿਬ ਬਿਲਕੁਲ ਗਿੱਲ ਸਾਹਿਬ, ਆਪਾਂ ਚੰਨੀ ਜੀ ਤੋਂ ਸੁਣਨੇ ਆ ਜੀ। ਚੰਨੀ ਜੀ, ਹਾਂਜੀ, ਗੱਲ ਇਹ ਹੈਗੀ ਸੁਰਿੰਦਰ ਜੀ, ਮੇਰੇ ਭਰਾ ਨੇ ਛੋਟੇ ਕਹਿੰਦੇ ਸੀ ਆਪਾਂ ਮੁੱਦੇ ਤੇ ਰਹਿਣਾ, ਪਰ ਗੱਲਾਂ ਇਹ ਹੋਰ ਕਰਨ ਲੱਗੇ ਤੇ ਕੁਦਰਤੀ ਮੈਨੂੰ ਸੁਣੀਆਂ ਵੀ ਨਹੀਂ, ਕਿਉਂਕਿ ਕੋਈ ਕਨੈਕਸ਼ਨ ਦੀ ਪ੍ਰੋਬਲਮ ਸੀਗੀ। ਮੈਂ ਪਿਛਲਾ ਪਾਰਟ ਇਹਨਾਂ ਸੁਣਿਆ, ਹੋਰ ਜ਼ਿਆਦਾ ਨਹੀਂ ਸੁਣ ਸਕੇ। ਐਨੀ ਹਾਊ ਗੱਲ ਇਹ ਹੈਗੀ ਹੈ ਕਿ ਜਿਹੜਾ NGT ਹੈਗਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਨੈਸ਼ਨਲ ਲੈਵਲ ਦਾ ਹੈਗਾ, ਉਹ ਇੰਡੀਪੈਂਡੈਂਟ ਟ੍ਰਿਬਿਊਨਲ ਹੈ ਔਰ ਉਹਨਾਂ ਨੇ ਆਲਰੇਡੀ ਪੰਜਾਬ ਸਰਕਾਰ ਨੂੰ 2180 ਕਰੋੜ ਰੁਪਏ ਦਾ ਜੁਰਮਾਨਾ ਫਾਰ ਪੋਲੂਸ਼ਨ ਕਾਜ਼ਡ ਬਾਈ ਦੀ ਮਿਊਨਿਸਪੈਲਿਟੀਜ਼ ਉਹ ਲਾ ਚੁੱਕੇ ਹੈ। ਔਰ ਉਹਦੇ ਵਿੱਚੋਂ ਇਹ ਕਹਿ ਰਹੇ ਵੀ ਅਸੀਂ ਸਾਰੇ ਨਹੀਂ ਦੇ ਸਕਦੇ, ਸ਼ਾਇਦ 750 ਕਰੋੜ ਰੁਪਏ ਦੇਵਾਂਗੇ ਔਰ ਇਹਨਾਂ ਨੂੰ ਉਹ ਜੁਰਮਾਨਾ ਪੈ ਚੁੱਕਿਆ। ਉਹ ਬੀਜੇਪੀ ਗਵਰਨਮੈਂਟ ਨੇ ਜਾਂ ਭਾਰਤ ਸਰਕਾਰ ਨੇ ਨਹੀਂ ਕਿਹਾ ਕਿਸੇ ਨੂੰ। ਇੱਕ ਤਾਂ ਗੱਲ ਇਹਨਾਂ ਦੀ ਜਿਹੜੀ ਹੈਗੀ ਆ, ਮੈਂ ਕਲੀਅਰ ਕਰਨੀ ਚਾਹੁੰਦਾ, ਉਹ NGT ਟ੍ਰਿਬਿਊਨਲ ਹੈ ਤੇ ਉਹਨੇ ਜਿਹੜਾ ਜੁਰਮਾਨਾ ਲਾਇਆ ਤੇ ਉਹਦੇ ਹੀ ਸ਼ਾਇਦ ਕੋਈ ਆਰਡਰ ਨੇ। ਇਹ ਕਹਿੰਦੇ ਜੀ ਉਹ ਸਿੱਧੇ DC ਦੇ ਆਰਡਰ ਹੋ ਰਿਹਾ, ਸਾਡੇ ਕੋਈ ਆਰਡਰ ਨਹੀਂ ਹੈ। ਮੈਨੂੰ ਨਹੀਂ ਇਸ ਗੱਲ ਦੀ ਸਮਝ ਆਈ, ਮੈਂ ਤਾਂ ਸਾਰੀ ਸਰਵਿਸ ਕਰ ਲਈ ਇਹਦੇ ਵਿੱਚ, ਇਹ ਗੱਲ ਮੈਨੂੰ ਕੋਈ ਜਚੀ ਨਹੀਂ ਇਹਨਾਂ ਦੀ। ਦੂਜੀ ਗੱਲ, ਇਹ ਜਿਹੜੀ ਗੱਲ ਹੈਗੀ ਹੈ ਕਿ ਜਿਹੜੀਆਂ ਫੈਕਟਰੀਆਂ ਲੱਗੀਆਂ ਨੇ, ਜਿਹੜੀਆਂ 2019 ਦੀ ਫੈਕਟਰੀ ਲੱਗੀ ਸੀ ਲਹਿਰਾ ਗਾਗਾ, ਤੇ ਉਹਦਾ ਉਦਘਾਟਨ ਕਰਿਆ ਸੀ, ਲੱਗੀ ਹੋਈ ਹੈ ਫੈਕਟਰੀ ਦਾ, ਤੇ ਉਹਨੇ ਸਿਰਫ ਉਹਦਾ ਜਿਹੜਾ ਮਾਜਨਾ ਹੈਗਾ ਜਾਂ ਜਿੰਨੀ ਕੈਪੈਸਿਟੀ ਹੈ ਉਹ 47,000 ਏਕੜ ਦੀ ਹੈ, ਤੇ ਅਸੀਂ ਝੋਨਾ ਲਾਉਨੇ 75 ਲੱਖ ਏਕੜ ਦੇ ਵਿੱਚ ਜੀ ਜਿਹੜੀ ਹੈ ਕੰਜ਼ਿਊਮ ਹੋਊਗੀ, ਤੇ ਪੰਜਾਬ ਦੀ ਪਰਾਲੀ ਹੈਗੀ ਹੈ 185 ਲੱਖ ਟਨ। ਕਹਿੰਦੇ ਜੀ ਹਰਿਆਣੇ ਦੀ ਗੱਲ ਨਹੀਂ ਕਰਦੇ। ਜੇ ਹੁਣ ਹਰਿਆਣੇ ਦੇ ਕੱਲ ਚੀਫ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਸੀ, ਉਹਨੇ ਵੀ ਸਾਰੀਆਂ ਫਿਗਰਾਂ ਕੱਢ ਕੇ ਦਿੱਤੀਆਂ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਜਿਹੜੇ ਕੇਸ ਹੈਗੇ ਨੇ ਪੰਜਾਬ ਨਾਲੋਂ 10% ਕੇਸ ਨੇ ਪੰਜਾਬ ਦੇ ਵਿੱਚ। ਤੁਸੀਂ ਦੇਖੋ ਅੱਜ ਦੀ ਤਰੀਕ ਤੱਕ ਦਾ, ਕੱਲ ਦੀ ਯੈਸਟਰਡੇ ਦੀ ਤਰੀਕ ਤੱਕ 13,000 ਕੇਸ ਸੀ ਪਿਛਲੇ ਸਾਲ, ਔਰ ਇਸ ਸਾਲ ਆ ਗਏ 16,000 ਕੇਸ। ਤੇ ਜੇ 16,000 ਕੇਸ ਆਏ ਨੇ ਤੇ ਉਹਦਾ ਕੀ ਪ੍ਰਬੰਧ ਅਸੀਂ ਕੀਤਾ? ਕਿੱਥੇ ਅਸੀਂ ਖੜੇ ਹਾਂ? ਅਸੀਂ ਕੇਸ ਘਟਾਣੇ ਆ ਕਿ ਅਸੀਂ ਕੇਸ ਵਧਾਣੇ ਆ? ਤੇ ਫਿਰ ਇਹ ਜਿਹੜੀ ਪਰਮਿਸ਼ਨ ਦੀ ਗੱਲ ਕਰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਪਰਮਿਸ਼ਨਾਂ ਇਹ ਤਾਂ ਇੰਡਸਟਰੀ ਦੀ ਪਾਲਿਸੀ ਇਹ ਲਿਆ ਰਹੇ, 5 ਲੱਖ ਕਰੋੜ ਰੁਪਏ ਦੀ ਇਨਵੈਸਟਮੈਂਟ ਦੀ ਇਹ ਗੱਲ ਕਰਦੇ ਆ, ਤੇ এনवायरमेंट ਦੀ ਕਲੀਅਰੈਂਸ ਇਹ ਲੈਣ, ਚਾਹੇ ਉਹਦਾ ਮਾਈਨਿੰਗ ਵਾਸਤੇ ਵੀ এনवायरमेंट ਦੀ ਕਲੀਅਰੈਂਸ ਚਾਹੀਦੀ ਹੈ, ਤੇ ਲੈਣ ਤੇ ਆਪਦਾ ਕੰਮ ਕਰ। ਗਵਰਨਮੈਂਟ ਆਫ ਇੰਡੀਆ ਤੋਂ ਕਿਹੜੀ ਸਪੈਸ਼ਲ ਕਲੀਅਰੈਂਸ ਚਾਹੀਦੀ ਜਿਹੜੀ ਇਹਨਾਂ ਨੇ, ਜਿਹੜੀ ਇਹਦਾ ਉਦਘਾਟਨ ਕਰਕੇ ਉਹ ਕਲੀਅਰੈਂਸ ਲੈ ਕੇ ਕੀਤੀ ਹੈ? ਤੋਂ ਭਾਰਤ ਸਰਕਾਰ ਦਾ ਜਿੰਨਾ ਯੋਗਦਾਨ ਹੈਗਾ, ਉਹਨਾਂ ਨੇ, ਜਿਵੇਂ ਪਹਿਲਾਂ ਦੱਸਿਆ, ਉਹਨਾਂ ਨੇ 1147 ਕਰੋੜ ਰੁਪਈਆ ਦਿੱਤਾ ਇਹਨਾਂ ਨੂੰ ਕਿ ਜਿਹੜੀਆਂ ਮਸ਼ੀਨਾਂ ਲੈਣੀਆਂ ਉਹਨਾਂ ਨੂੰ ਦਿਓ। ਹੁਣ ਮਸ਼ੀਨਾਂ ਦਾ ਵੇਲੇ ਸਿਰ ਆਰਡਰ ਨਹੀਂ ਕੀਤਾ ਤੇ ਓਵਰਨਾਈਟ ਮਸ਼ੀਨਾਂ ਬਣ ਨਹੀਂ ਸਕਦੀਆਂ। ਫਿਰ ਇੱਥੇ ਜਿਹੜੇ ਸਾਡੇ ਹੈਪੀ ਸੀਡਰ ਨੇ, SSM ਵਾਲੇ ਜਿਹੜੇ ਸਿਸਟਮ ਨੇ, ਉਹਨਾਂ ਨੂੰ ਛੋਟਾ ਟਰੈਕਟਰ ਨਹੀਂ ਖਿੱਚਦਾ, ਉਹ ਵੱਡਾ ਟਰੈਕਟਰ ਚਾਹੀਦਾ, ਵੱਡੇ ਟਰੈਕਟਰ ਨਹੀਂ ਹੈਗੇ। ਤੇ ਇਹਨਾਂ ਨੂੰ ਮਿਲ ਬੈਠ ਕੇ, ਇਹਨਾਂ ਕੋਲ ਤਾਂ ਟਾਈਮ ਹੀ ਨਹੀਂ, ਇਹ ਜਾਂ ਹਿਮਾਚਲ ਤੁਰੇ ਫਿਰਦੇ ਆ, ਹੁਣ ਹਿਮਾਚਲ ਛੱਡਤਾ, ਹੁਣ ਇਹ ਗੁਜਰਾਤ ਤੁਰੇ ਫਿਰਦੇ ਆ, ਤੇ ਗੁਜਰਾਤ ਵਾਸਤੇ ਇੰਤਜ਼ਾਮ ਕਰੀ ਜਾਂਦੇ ਹਰ ਤਰ੍ਹਾਂ ਦੇ। ਤੇ ਉਹ ਮਤਲਬ ਜਿਹੜੀ ਗੱਲ ਹੈਗੀ ਆ, ਇਹ ਇੱਥੇ ਬੈਠ ਕੇ ਚਲੋ ਇਹ ਸੀਜ਼ਨ ਤਾਂ ਨਿਕਲੇਗਾ ਹੀ ਨਿਕਲੇਗਾ, ਇਹਨੂੰ ਇਹ ਕਿਸੇ ਦੇ ਕੋਲ ਮੈਜਿਕ ਵੈਂਡ ਨਹੀਂ ਹੈਗੀ ਕੋਈ ਜਾਦੂ ਦੀ ਛੜੀ ਕਰ ਲੈਣ। ਪਰ ਇਹ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਜ਼ਿਮੀਂਦਾਰਾਂ ਨਾਲ ਵਾਅਦੇ ਕੀਤੇ ਸੀ, ਜੇ ਉਹ ਉਹਨਾਂ ਨੇ ਮੰਗਿਆ ਸੀ, ਆਪਾਂ ਕਹਿੰਦੇ ਸਮਾਧਾਨ ਨਹੀਂ ਕਰਦੇ, 2500 ਰੁਪਏ ਮੰਗਿਆ ਸੀ, 2500 ਦੇ ਦਿੰਦੇ, ਤੇ ਮੁੜ ਕੇ ਉਹ ਕਹਿੰਦੇ ਸਾਨੂੰ ਕਰ ਲੈਂਦੇ ਜੋ ਮਰਜ਼ੀ ਤੁਸੀਂ। ਗਿੱਲ ਸਾਹਿਬ ਕਿਵੇਂ ਦੇਖਦੇ ਹੋ? ਚਾਹੇ ਦਿਹਾੜੀਆਂ ਤੋਂ ਕਤਰਾਉਂਦਾ ਜਾਂ ਕਿਤੇ। ਇੱਕ ਮਿੰਟ ਜੀ, ਜੀ ਇੱਕ ਮਿੰਟ ਗਿੱਲ ਸਾਹਿਬ 1 ਮਿੰਟ ਲਊਂਗਾ, ਉਹ ਚੰਨੀ ਜੀ ਬਸ ਫਿਨਿਸ਼ ਕਰ ਰਹੇ। ਹਾਂਜੀ ਚੰਨੀ ਜੀ। ਹਾਂ, ਤਾਂ ਮੈਂ ਇਹ ਕਹਿੰਦਾ ਕਿ ਜਦੋਂ ਜ਼ਿਮੀਂਦਾਰਾਂ ਨੇ ਆਪਦੀ ਗਾਰੰਟੀ ਲਈ ਸੀ ਖੁਦ ਦੀ ਕਿ ਸਾਨੂੰ 2500 ਰੁਪਏ ਦੇ ਦਿਓ, ਜਿਹੜਾ ਇਹਨਾਂ ਨੇ ਆਪਦੇ ਗਾਰੰਟੀ 'ਚ ਪਾਇਆ ਸੀ, ਤੇ ਜੇ 2500 ਦਿੰਦੇ ਆਪੇ ਜ਼ਿਮੀਂਦਾਰ ਜ਼ਿੰਮੇਵਾਰ ਸੀਗਾ, ਕਿਸੇ ਦੀ ਲੋੜ ਹੀ ਨਹੀਂ ਇੱਧਰ ਉੱਧਰ ਜਾਣ ਦੀ। ਮਸ਼ੀਨਾਂ ਤੁਸੀਂ ਦੇ ਦਿੰਦੇ, ਨਹੀਂ ਤਾਂ ਉਹਨੇ 2500 ਰੁਪਏ ਲੈ ਕੇ ਉਹਦਾ ਕਹਿੰਦੇ ਸਾਨੂੰ ਮਸ਼ੀਨ ਦੀ ਵੀ ਨਹੀਂ ਲੋੜ, ਅਸੀਂ ਆਪੇ ਕਰ ਲਾਂਗੇ। ਪਰ ਇਹ ਜਿਹੜੀ ਨਲਾਇਕੀ ਆ ਵੀ 2500 ਨਹੀਂ ਦੇ ਸਕਦੇ, ਕਿਉਂਕਿ ਪੈਸੇ ਹੈ ਨਹੀਂ ਖਜ਼ਾਨੇ 'ਚ, ਖਜ਼ਾਨਾ ਤਾਂ ਖਾਲੀ ਆ। ਉਹ ਪਹਿਲਾਂ ਕਹਿੰਦੇ ਸੀ ਚਲੋ
ਚਲੋ ਖਜ਼ਾਨਾ ਕਿਉਂ ਕਹਿੰਦੇ ਆ ਜੋ ਖਾਲੀ ਹੈ? ਇਹ ਚੰਨੀ ਜੀ ਚਲੋ ਇਹ ਹੁਣ ਤਸਦੀਕ ਅਲਮਾਰੀ ਕਰਤਾ। ਕਿੱਥੇ ਗਈ? ਚੰਨੀ ਜੀ ਤੁਸੀਂ ਇਹ ਤਾਂ ਤਸਦੀਕ ਕੀਤਾ, ਚਲੋ ਇਹ ਤਾਂ ਮੰਨਿਆ ਕਿ ਖਜ਼ਾਨਾ ਖਾਲੀ ਹੈ ਪੰਜਾਬ ਦਾ। ਇਹਦਾ ਮਤਲਬ ਬਹੁਤ ਕੁਝ ਕਰਨ ਵਾਲਾ ਹੈ ਕਿ ਜੇ ਪੰਜਾਬ ਗਵਰਨਮੈਂਟ, ਪੰਜਾਬ ਸਰਕਾਰ ਜੇ ਤੁਹਾਡੇ ਤੋਂ ਕੁਝ ਮੰਗਦੀ ਹੈ ਤਾਂ ਇਹ ਮੰਨਿਆ ਕਿ ਵਾਕਈ ਪੰਜਾਬ ਕੋਲ ਪੈਸੇ ਹੈ ਨਹੀਂ ਕਿ ਇਸ ਟਾਈਮ ਉਹ ਉਸ ਤਰੀਕੇ ਨਾਲ ਸੁਚੱਜੇ ਤਰੀਕੇ ਨਾਲ ਸਰਕਾਰ ਚਲਾ ਸਕੇ। ਇਹ ਤਾਂ ਅਜੇ ਵੀ ਕਹਿੰਦੇ ਭਰਿਆ ਹੋਇਆ ਹੈ। ਚਲੋ ਗਿੱਲ ਸਾਹਿਬ ਜੀ ਅਜੇ ਵੀ ਕਹਿੰਦੇ ਭਰਿਆ ਹੋਇਆ ਹੈ। ਚੰਨੀ ਜੀ ਇੱਕ ਮਿੰਟ ਹੁਣ ਚੰਨੀ ਸਾਹਿਬ, ਬਿਲਕੁਲ ਚੰਨੀ ਇੱਕ ਵਾਰ ਹੁਣ ਗਿੱਲ ਸਾਹਿਬ ਦੇ ਗਿੱਲ ਸਾਹਿਬ ਨੂੰ ਸੁਣੋ ਜੀ ਜੀ ਗਿੱਲ ਸਾਹਿਬ। ਚੰਨੀ ਸਾਹਿਬ ਪਲੀਜ਼, ਮੈਂ ਵੈਸੇ ਤੁਹਾਡੇ ਨਾਲ ਇਸ ਲੈਵਲ ਤੇ ਗੱਲ ਨਹੀਂ ਕਰਨਾ ਚਾਹੁੰਦਾ ਸੀ। ਤੁਸੀਂ ਸਤਿਕਾਰਯੋਗ ਆਫੀਸਰ ਰਹੇ ਆ, ਤੁਸੀਂ ਮੈਨੀਫੈਸਟੋ ਦੇਖਿਆ ਸੀ 7 ਮਹੀਨਿਆਂ 'ਚ ਕਿੰਨੀ ਸਰਕਾਰ ਦੀ ਇਨਕਮ ਸੋਰਸ ਵਧਾਇਆ। ਔਰ ਦੂਸਰੀ ਗੱਲ, ਜਿਹੜਾ ਕੰਮ 70 ਸਾਲਾਂ 'ਚ ਨਹੀਂ, 70 ਸਾਲ ਤਾਂ ਚਲੋ ਛੱਡੋ, ਤੁਹਾਡੇ ਪੀਡੀਆਰ ਜੇ 15 ਸਾਲ ਤੁਸੀਂ ਨਹੀਂ ਕੀਤਾ, ਉਹ ਨਵੀਂ ਸਰਕਾਰ ਨੇ 6 ਮਹੀਨਿਆਂ 'ਚ ਕਰਤਾ। 2004 'ਚ ਉਦੋਂ ਵੀ ਤੁਸੀਂ ਆਫੀਸਰ ਸੀਗੇ, ਤੁਸੀਂ ਸਲਾਹ ਦੇ ਸਕਦੇ ਸੀ ਸਰਕਾਰ ਨੂੰ ਵੀ ਜਿਹੜੇ ਤੁਸੀਂ ਕੰਮ ਕਰ ਰਹੇ ਚੰਗੇ ਨੇਗੇ। ਉਦੋਂ ਤੁਸੀਂ ਬੋਲੇ ਨਹੀਂ ਮਾਰੇ। ਉਦੋਂ ਤੱਕ ਕੀ ਕਹਿੰਦੇ ਹੁੰਦੇ ਆ, ਰਾਜ ਕੇ ਪੂਤ ਬਣੇ ਰਹੇ। ਜੇ ਹੁਣ ਸਰਕਾਰ ਕੋਈ ਚੰਗਾ ਕੰਮ ਕਰਦੀ, ਘੱਟੋ ਘੱਟ ਉਹਦੀ ਪੇਤ ਦਾ ਧੱਕੜੋ ਨਾ। ਦੂਸਰੀ ਗੱਲ ਇਹ ਨਹੀਂ ਕੀਤੀ ਜੀ ਕਿ ਜਿਹੜੀ ਗ੍ਰੀਨ ਟ੍ਰਿਬਿਊਨਲ ਨੇ ਫਾਈਨ ਕੀਤਾ, ਇਹਨਾਂ ਤੋਂ ਪੁੱਛ ਲਿਓ ਵੀ ਇਹੋ ਹੀ ਦੱਸ ਦੇਣ ਵੀ ਉਹ ਕਿਹੜੇ ਸਾਲ ਦਾ ਤੇ ਕਿਹੜੀ ਸਰਕਾਰ ਦੇ ਟਾਈਮ ਦਾ ਫਾਈਨ ਹੋਇਆ। ਐਵੇਂ ਐਲੀਗੇਸ਼ਨ ਨਵੀਂ। ਅਸੀਂ 6 ਮਹੀਨਿਆਂ 'ਚ ਕੀ ਕਰਤਾ? 7 ਮਹੀਨਿਆਂ 'ਚ ਮਾਨ ਸਾਹਿਬ ਨੇ ਕਿਤੇ ਰਾਜਸਥਾਨ ਤੋਂ ਦੋਇਆ ਤੋਂ ਪਰਾਲੀ ਲਾ ਕੇ ਸਾਰੀ ਪੰਜਾਬ ਤੇ ਤਾਂ ਨਹੀਂ ਸਾੜੀ। ਇਹ ਗ੍ਰੀਨ ਟ੍ਰਿਬਿਊਨਲ ਨੇ, ਮੈਨੂੰ ਵੀ ਪਤਾ ਆ, ਤੁਹਾਨੂੰ ਵੀ ਪਤਾ ਆ, ਇਹ ਜਿਹੜੀਆਂ ਪਿਛਲੀ ਸਰਕਾਰ ਸੀ ਉਦੋਂ ਕੇਸ ਲੱਗੇ ਸੀ, ਉਸ ਕੇਸ ਦੀ ਸੁਣਾਈ ਤੇ ਇਹ ਫਾਈਨ ਹੋਇਆ। ਦੂਸਰੀ ਇਹ ਕਹਿੰਦੇ ਸੰਵਿਧਾਨ ਲੱਭੋ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ, ਮੈਂ ਵੀ ਰਿਕੁਐਸਟ ਕਰਦਾ ਕਿ ਆਪਾਂ ਉਸ ਝੰਜਟ 'ਚ ਨਹੀਂ ਸਗੋਂ ਤੇ ਤੁਸੀਂ ਵੀ ਆਪਣੀ ਪਾਰਟੀ ਨੂੰ ਕਹੋ ਰਲ ਮਿਲ ਕੇ, ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ, ਪੰਜਾਬ ਦੇ ਵਾਸੀ ਹੋ, ਕਿ ਆਪਾਂ ਰਲ ਮਿਲ ਕੇ ਇੰਡਸਟਰੀ ਜ਼ਿਆਦਾ ਲਗਾਈ ਜਾਵੇ ਤਾਂ ਕਿ ਜਿਹੜਾ ਪਰਾਲੀ ਦਾ ਵੀ ਕਿਸਾਨਾਂ ਦਾ ਜਿਹੜਾ ਧੰਦਾ ਆ ਇਹ ਲਾਹੇਵੰਦ ਹੋਵੇ। ਜਦੋਂ ਇੰਡਸਟਰੀਆਂ ਲੱਗਣਗੀਆਂ, ਖਰੀਦ ਹੋਊਗੀ, ਇਹਦੀ ਖੋਰੀ ਹਲੇ ਖੋਰੀ ਵੀ ਆਉਣੀ ਆ ਗਾ, ਠੀਕ ਹੈ ਜੀ। ਇਹਨੂੰ ਇੰਡਸਟਰੀ ਲਾ ਕੇ ਇਹਨੂੰ ਇੰਡਸਟਰੀ ਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਪਰਾਲੀ ਸਾੜਨ ਤੋਂ ਜਾਂ ਖੋਰੀ ਸਾੜਨ ਤੋਂ ਬਚ ਸਕੀਏ, ਕਿਉਂਕਿ ਕਿਸਾਨਾਂ ਦੀ ਕਈਆਂ ਦੀ ਮਜਬੂਰੀ ਆ। ਜਿਹੜੀ ਇਹ ਨਹੀਂ ਕੀਤੀ ਹੈਪੀ ਸੀਡਰ ਤਾਂ ਦੂਏ ਦੀ ਗੱਲ, ਸੁਪਰ ਸੀਡਰ। ਅਸੀਂ ਜਿਹੜੀਆਂ ਸਾਡੀਆਂ ਕੋਆਪਰੇਟ ਸੁਸਾਇਟੀਆਂ, ਅਸੀਂ ਤਾਂ ਉਹਨਾਂ ਨੂੰ ਵੀ 4-4 5-5 ਦਿੱਤੇ ਆ, ਟਰੈਕਟਰ ਵੀ ਦਿੱਤੇ ਆ। ਉਹਦਾ 100 ਰੁਪਈਆ ਘੰਟਾ, ਕਿਸੇ ਦੇ 200 ਰੁਪਈਏ ਘੰਟੇ ਨਾਲ ਅਸੀਂ ਉਹ ਲੋਕਾਂ ਨੂੰ ਦੇ ਰਹੇ ਆ। ਜਿੰਨਾ ਪੰਜਾਬ ਸਰਕਾਰ ਕਰ ਰਹੀ ਆ, ਬਲੀਵ ਕਰਿਓ ਹੱਦੋਂ ਜ਼ਿਆਦਾ ਕਰ ਰਹੀ ਆ। ਜੇ ਤੁਸੀਂ ਆਪਣੇ ਪੀਡੀਐਫ ਦੇ ਵਿੱਚ ਇਹ ਗੱਲਾਂ ਕੀਤੀਆਂ ਹੁੰਦੀਆਂ, ਜੇ ਇਹਨੀ ਆਪਣੇ ਸਮੇਂ ਦੇ ਵਿੱਚ ਇਹ ਗੱਲਾਂ ਕੀਤੀਆਂ ਹੁੰਦੀਆਂ ਤਾਂ ਅੱਜ ਐਡਾ ਤੂਫਾਨ ਨਹੀਂ ਬਣਨਾ ਚਾਹੀਦਾ। ਨਹੀਂ ਦੇਖੋ ਗਿੱਲ ਸਾਹਿਬ, ਇਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਸਰਕਾਰ ਵੀ ਉਹ ਸੀਨੀਅਰ ਆਫੀਸਰਾਂ ਦੀ ਗੱਲਾਂ ਮੰਨਦੀ ਹੈ। ਕੋਈ ਵੀ ਸਰਕਾਰ ਨਹੀਂ ਮੰਨਦੀ। ਸਰਕਾਰ ਆਪਦੇ ਫੈਸਲੇ ਸਿਰਫ ਸੁਣਾਉਂਦੀ ਹੈ, ਉਹ ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਭਾਜਪਾ ਹੋਵੇ। ਤੇ ਇਸ ਲਈ ਉਹ ਲੌਬੀ ਦਾ ਕੰਮ ਹੁੰਦਾ ਹੈ, ਕਿਉਂਕਿ ਸਰਕਾਰ ਨੇ ਹੁਕਮ ਜਾਰੀ ਕਰਨੇ ਆ। ਤੇ ਜਦੋਂ ਸਰਕਾਰੀ ਅਫਸਰ ਜੇ ਉਹ ਕੁਰਸੀ ਤੇ ਬੈਠਾ ਹੁੰਦਾ ਹੈ, ਉਹਦਾ ਉਹ ਸਲਾਹ ਨਹੀਂ ਦੇ ਸਕਦਾ। ਉਹਦਾ ਕੰਮ ਹੁੰਦਾ ਯੈਸ ਸਰ। ਮੈਂ ਗਲਤ ਨਹੀਂ ਕਹਿ ਰਿਹਾ ਚੰਨੀ ਜੀ? ਨਹੀਂ ਬਿਲਕੁਲ ਤੁਸੀਂ ਸੁਰਿੰਦਰ ਜੀ। ਇਸ ਲਈ ਗਿੱਲ ਸਾਹਿਬ, ਮੇਰਾ ਜਿਹੜਾ ਤੁਹਾਡੇ ਤੋਂ ਸਵਾਲ ਹੈ, ਮੇਰਾ ਇੱਕ ਤੁਹਾਡੇ ਤੋਂ ਇਹ ਸਵਾਲ ਹੈ ਕਿ ਗਿੱਲ ਸਾਹਿਬ, ਚੁਣਾਵ ਤੋਂ ਪਹਿਲਾਂ ਜਦੋਂ ਲੋਕਾਂ ਦੇ ਵਿੱਚ ਆਪਾਂ ਵਿਚਰ ਰਹੇ ਸੀ, ਆਪਾਂ ਆਮ ਆਦਮੀ ਪਾਰਟੀ ਵਾਸਤੇ ਵੋਟ ਮੰਗ ਰਹੇ ਸੀ, ਉਦੋਂ ਵੀ ਇਹ ਮੁੱਦਾ ਸੀਗਾ। ਉਦੋਂ ਵੀ ਆਮ ਆਦਮੀ ਪਾਰਟੀ ਨੂੰ, ਕੇਜਰੀਵਾਲ ਜੀ ਨੂੰ ਵੀ, ਭਗਵੰਤ ਮਾਨ ਜੀ ਨੂੰ ਵੀ, ਇੱਕ ਐਮਐਲਏ ਜਿਹੜੇ ਅੱਜ ਨੇ, ਇੱਕ ਵਿਧਾਇਕ ਨੂੰ, ਹਰੇਕ ਵਰਕਰ ਨੂੰ ਪਤਾ ਸੀ ਕਿ ਪਰਾਲੀ ਮੁੱਦਾ ਹੈ ਤੇ ਅਸੀਂ ਹੱਲ ਕੱਢਾਂਗੇ। ਤੁਸੀਂ ਵੀ ਕਿਹਾ। ਜੇ ਚੰਨੀ ਜੀ ਵਾਲੇ ਪਾਸੇ ਆਈਏ ਤਾਂ ਚੰਨੀ ਜੀ ਅੱਜ ਸਵਾਲ ਜੇ ਆਪਾਂ ਚੱਕ ਰਹੇ ਆ, ਜੇ ਕੇਂਦਰ ਸਰਕਾਰ ਤਾਂ 10 ਸਾਲ ਤੁਹਾਡੀ ਵੀ ਸਰਕਾਰ ਰਹੀ ਹੈ ਪੰਜਾਬ 'ਚ, ਪਰ ਪਰਾਲੀ ਦਾ ਮੁੱਦਾ ਉਸੇ ਤਰੀਕੇ ਨਾਲ ਰਿਹਾ। ਅੱਜ ਆਪਾਂ 2022 ਦੇ ਵਿੱਚ ਬੈਠੇ ਆ, 2023 ਦੇ ਵਿੱਚ ਆਪਾਂ ਐਵੇਂ ਹੀ ਬੈਠਾਂਗੇ, ਮੁੱਦਾ ਇਹ ਉਵੇਂ ਹੀ ਰਹਿਣਾ ਹੈ। ਮੇਰਾ ਮਕਸਦ ਇਹ ਹੈ ਕਿ ਆਪਾਂ ਹੱਲ ਦੱਸੋ, ਆਪਾਂ ਹੱਲ ਕੀ ਨਿਕਲਿਆ ਜਾ ਸਕਦਾ, ਕਿਵੇਂ ਕਿਸਾਨਾਂ ਤੱਕ ਪਹੁੰਚ ਕਰੀਏ। ਕਿਉਂਕਿ ਕਿਸਾਨ, ਕੱਲ ਇੱਕ ਫਾਇਰ ਬ੍ਰਿਗੇਡ ਜਾਂਦੀ ਹੈ ਗਿੱਲ ਸਾਹਿਬ, ਉਹ ਫਾਇਰ ਬ੍ਰਿਗੇਡ ਬਰਨਾਲੇ ਫਾਇਰ ਬ੍ਰਿਗੇਡ ਜਾਂਦੀ ਹੈ ਵੀ ਅੱਗ ਬੁਝਾਉਣ ਜਾਂਦੀ ਹੈ, ਕਿਉਂਕਿ ਉਹਨਾਂ ਨੇ ਅੱਗ ਲਾਈ। ਕਿਸਾਨ ਉਸ ਤੇ ਕਬਜ਼ਾ ਕਰ ਲੈਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਫਾਇਰ ਬ੍ਰਿਗੇਡ ਦੇ ਵੀ ਕਿਸੇ ਵੀ ਫਾਇਰ ਬ੍ਰਿਗੇਡ ਨੂੰ ਵੀ ਅੱਗ ਨਹੀਂ ਬੁਝਾਉਂਦੇ ਨੇ, ਜੇ ਅੱਗ ਬੁਝਾਵਾਂਗੇ ਤਾਂ ਅਸੀਂ ਧਰਨੇ ਲਾਵਾਂਗੇ। ਕਿਉਂਕਿ ਅੱਗ ਕੌਣ ਲਾ ਰਿਹਾ? ਅੱਗ ਕਿਸਾਨ ਲਾ ਰਿਹਾ ਹੈ। ਉਹ ਨਾ ਤਾਂ ਉਹ ਆਮ ਆਦਮੀ ਪਾਰਟੀ ਦਾ ਵੋਟਰ ਹੈ ਤੇ ਨਾ ਉਹ ਭਾਜਪਾ ਦਾ ਵੋਟਰ, ਉਹ ਇਸ ਟਾਈਮ ਕਿਸਾਨ ਹੈ।
ਉਹਨਾਂ ਨੂੰ ਹੱਲ ਦਈਏ। ਮੰਨ ਲਓ ਚੰਨੀ ਸਾਹਿਬ, ਜੇ ਤੁਹਾਡੀ ਸਰਕਾਰ ਹੁੰਦੀ ਭਾਜਪਾ 'ਚ, ਮੈਨੂੰ ਇਹ ਦੱਸੋ ਵੀ ਇਹਦਾ ਹੱਲ ਕੀ ਸੀ? ਉਹੀ ਹੱਲ ਆਮ ਆਦਮੀ ਪਾਰਟੀ ਕਰ ਲੈਂਦੀ ਹੈ, ਤੁਸੀਂ ਦੱਸੋ ਜੀ। ਮੈਂ ਦੱਸਦਾ ਤੁਹਾਨੂੰ। ਆਪਾਂ ਦੇਖੋ, ਸੇਵਾ ਦੇਸ਼ ਦੀ ਕਰਨੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਿਖਾਲੀਆਂ ਨੇ। ਇਹ ਗੱਲਾਂ ਕਰ ਕਰਕੇ ਇਹਨਾਂ ਨੇ ਲੋਕਾਂ ਨੂੰ ਭਰਮਾ ਲਿਆ, ਇੱਕ ਗੱਲ। ਦੂਜੀ ਗੱਲ, ਜੇ ਕਾਂਗਰਸ ਨੇ ਜਾਂ ਉਦੋਂ ਪਹਿਲਾਂ ਕਿਸੇ ਹੋਰ ਸਰਕਾਰ ਨੇ ਕੁਝ ਕੀਤਾ ਹੁੰਦਾ, ਅਕਾਲੀ ਦਲ ਬੀਜੇਪੀ ਨੇ, ਤਾਂ ਇਹਨਾਂ ਦੀ ਵਾਰੀ ਵੀ ਨਹੀਂ ਆਣੀ ਸੀ। ਇਹਨਾਂ ਦੀ ਵਾਰੀ ਤਾਂ ਆਈ ਕਿ ਉਹਨਾਂ ਨੇ ਨਹੀਂ ਕੁਝ ਕੀਤਾ, ਤੇ ਜੇ ਇਹਨਾਂ ਦੀ ਵਾਰੀ ਆਈ, ਉਹ ਵਾਰੀ ਤਾਂ ਆਈ ਇਹਨਾਂ ਦੇ ਵਾਅਦਿਆਂ ਕਰਕੇ। ਤੇ ਫਿਰ ਅਸੀਂ ਵਾਅਦਾ ਕੀ ਆ, ਵਾਅਦਾ ਖਿਲਾਫੀ ਕਿਉਂ ਕਰ ਰਹੇ ਹਾਂ? ਜਿਹੜਾ ਅਸੀਂ ਵਾਅਦਾ ਕੀਤਾ ਤੁਸੀਂ ਉਹਦੇ ਤੇ ਕਿਉਂ ਨਹੀਂ ਪੂਰੇ ਉਤਰਦੇ? ਇਹ ਕਹਿੰਦੇ ਅਸੀਂ 7 ਮਹੀਨਿਆਂ 17 ਸਾਲਾਂ ਦਾ ਕੰਮ ਕਰਦੇ, ਪਰਾਲੀ ਨੂੰ ਕਿਉਂ ਭੁੱਲ ਗਏ? ਇਹ ਕਿਹੜੇ ਏਜੰਡੇ ਚ ਪਾ ਦੀ ਜਿਹੜੀ ਵੀ ਇਹਨੂੰ ਅਸੀਂ ਕਰਨਾ ਨਹੀਂ? ਇਹਨਾਂ ਨੇ ਕਿਸੇ ਦੀ ਸਲਾਹ ਨਹੀਂ ਲਈ ਸੀ ਜਦੋਂ ਇਹਨਾਂ ਨੇ ਸਾਡੀ, ਖਾਸ ਕਰਕੇ ਬੀਜੇਪੀ ਦੀ ਜਾਂ ਕਾਂਗਰਸ ਦੀ ਜਾਂ ਅਕਾਲੀ ਦਲ ਦੀ, ਵੀ ਅਸੀਂ ਜੀ ਕਿਵੇਂ ਕਰਾਂਗੇ। ਇਹਨਾਂ ਨੇ ਦੇਖੋ, ਜਦੋਂ ਤੁਸੀਂ, ਮੈਂ ਤਾਂ ਕਹਿੰਦਾ ਕਿ ਇਹਦੀ ਲਾਇਬਿਲਿਟੀ ਹੋਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਵਾਅਦਾ ਕਰਦਾ ਹੈ, ਜੇ ਵਾਅਦਾ ਖਿਲਾਫੀ ਕਰਦਾ ਤਾਂ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ, ਚਾਹੇ ਕੋਈ ਵੀ ਪਾਰਟੀ ਹੋ। ਨਹੀਂ ਚੰਨੀ ਸਾਹਿਬ, ਇੱਕ ਚੀਜ਼ ਇਸ ਤੇ ਮੈਂ ਕਰੈਕਟ ਕਰਾਂ ਜੀ। ਇੱਕ ਚੀਜ਼ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੋ ਇਹਨਾਂ ਨੇ ਵਾਅਦਾ ਕੀਤਾ, ਵਾਅਦਾ ਖਿਲਾਫੀ ਹੈ ਤਾਂ ਠੀਕ ਹੈ, ਪਰ ਇੱਕ ਗੱਲ ਦੱਸੋ ਵੀ ਅੱਜ ਮੁਸੀਬਤ ਸਿਰ ਤੇ ਹੈ, ਕੀ ਕੇਂਦਰ ਸਰਕਾਰ ਵਾਸਤੇ ਪੰਜਾਬ ਮਾਇਨੇ ਨਹੀਂ ਰੱਖਦਾ? ਕੀ ਪੰਜਾਬੀ ਵੋਟਰ ਮਾਇਨੇ ਨਹੀਂ ਰੱਖਦਾ? 2024 ਸਿਰ ਤੇ ਹੈ ਤੇ 2027 ਵੀ ਆਣਾ ਹੈ। ਕੀ ਭਾਜਪਾ ਉਦੋਂ ਆਪਣਾ ਕ੍ਰੈਡਿਟ ਨਹੀਂ ਲੈ ਸਕਦੀ? ਕਿ ਭਾਜਪਾ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ, ਉਦੋਂ ਭਾਜਪਾ ਲੋਕਾਂ ਨੂੰ ਕਵੇ ਕਿ ਆ ਦੇਖੋ ਜੀ, ਜੇ ਪਰਾਲੀ ਦਾ ਮੁੱਦਾ ਹੱਲ ਕੀਤਾ ਤਾਂ ਭਾਜਪਾ ਨੇ ਕੀਤਾ, ਤੁਹਾਡਾ ਕੈਡਰ ਵਧੇਗਾ, ਤੁਹਾਡੀ ਵੋਟ ਬੈਂਕ ਨਹੀਂ ਵਧੇਗੀ ਜੀ। ਮੈਂ ਤੁਹਾਨੂੰ ਦੱਸਦਾ, ਇੱਕ ਦਾ ਥੋੜੀ ਜਿਹੀ ਪਹਿਲਾਂ ਗੱਲ, ਮੈਂ ਇੱਕ ਦਿੱਲੀ ਕੇਜਰੀਵਾਲ ਸਾਹਿਬ ਦੀ ਗੱਲ ਕਰ ਲਾਂ। ਉਹਨਾਂ ਨੇ ਅਨਾਉਂਸ ਕਰਤਾ ਜੀ, ਅਸੀਂ ਇੱਕ ਪੂਸਾ ਬਾਇਓ ਡੀਕੰਪੋਜ਼ਰ ਬਣਾ ਲਿਆ, ਤੇ ਉਹ ਸਾਡੇ ਕੋਲੇ ਹੁਣ ਘੋਲ ਜਾ ਬਣ ਗਿਆ। ਤੇ ਉਹ ਘੋਲ ਦੇ ਉੱਪਰ ਇਹਨਾਂ ਨੇ 2 ਲੱਖ ਰੁਪਏ ਦਾ ਤਾਂ ਲਿਆ ਸੀਗਾ ਸਮਾਨ, ਤੇ ਇੱਕ ਉਹਨੂੰ ਘੋਲਣਾ ਵਾਸਤੇ 1,34,000 ਰੁਪਏ ਦਾ ਉਹ ਸੀਗਾ। ਉਹ ਘੋਲੜੂ ਬਣਾ ਕੇ ਉੱਥੇ ਦਿੱਲੀ 5000 ਏਕੜ ਦੇ ਵਿੱਚ ਇਹਨਾਂ ਨੇ ਟਰਾਈ ਕੀਤਾ, ਤੇ ਉਹਦੇ ਤੇ 7 ਕਰੋੜ 63 ਲੱਖ ਰੁਪਏ ਦੀ ਆਪਣੀ ਪਬਲਿਸਿਟੀ ਕਰ, ਉਹਨੂੰ ਦੇ ਇਸ਼ਤਿਹਾਰ ਵੀ ਸਾਡੇ ਕੋਲੇ ਦਾ ਹੱਲ ਹੈਗਾ, ਸਾਡੇ ਕੋਲੇ ਦਾ ਹੱਲ ਹੈ। ਹੁਣ ਨਹੀਂ ਅਸੀਂ ਇਹ ਸਮੱਸਿਆ ਜਿਹੜੀ ਹੈਗੀ ਆ ਆਉਣ ਦਿੰਦੇ। ਚਲੋ, ਉਹ ਤਾਂ ਇਹਨਾਂ ਦਾ ਡਰਾਮਾ ਸੀ, ਤੇ ਨਾ ਹੀ ਇਸ ਲਾਰਜ ਸਕੇਲ ਤੇ ਇੱਥੇ ਪੰਜਾਬ ਦੇ ਵਿੱਚ ਉਹ ਐਪਲੀਕੇਬਲ ਹੋ ਸਕਦਾ ਸੀ, ਕਿਉਂਕਿ ਸਾਡੇ ਕੋਲ ਤਾਂ 33.16 ਲੱਖ ਹੈਕਟੇਅਰ ਜ਼ਮੀਨ ਹੈ। ਉਹ 5000 ਏਕੜ ਨਾਲ ਅਸੀਂ ਕੀ ਕਰ ਲਾਂਗੇ? ਤੇ ਫਿਰ ਇਹਨਾਂ ਨੇ ਪ੍ਰਬੰਧ ਵੀ ਨਹੀਂ ਕੀਤਾ। ਜੇ ਕੀਤਾ ਸੀ, ਚਲੋ ਇਹਨਾਂ ਦੀ ਆਪਦੀ ਸਿਆਣਪ ਸੀਗੀ ਵੀ। ਦੂਜੀ ਗੱਲ, ਮੈਂ ਹੁਣ ਹਰਿਆਣੇ ਦੀ ਗੱਲ ਕਰਦਾ। ਸੁਰਿੰਦਰ ਜੀ, ਤੁਹਾਨੂੰ ਪਤਾ ਹੈ ਕਿ ਨਹੀਂ, ਹਰਿਆਣੇ ਦੇ ਵਿੱਚ ਹਰਿਆਣਾ ਸਰਕਾਰ ਜਿਹੜਾ ਪਿੰਡ ਰੈੱਡ ਜ਼ੋਨ ਦੇ ਵਿੱਚ ਹੈ, ਤੇ ਉੱਥੋਂ ਜੇ ਉਹ ਕਹਿੰਦੇ ਅਸੀਂ ਪਰਾਲੀ ਨਹੀਂ ਸਾੜਾਂਗੇ, ਤੇ ਉਹਨੂੰ 10 ਲੱਖ ਰੁਪਈਆ ਕੈਸ਼ ਇਨਸੈਂਟਿਵ ਦਿੰਦੇ ਆ ਇੱਕ ਪਿੰਡ। ਦੂਜੀ ਗੱਲ, ਪਿਛਲੇ ਸਾਲ ਜਿਹੜੇ 2 ਤਰ੍ਹਾਂ ਦਾ ਹੈਗਾ ਇਲਾਜ ਦਾ, ਇੱਕ ਹੈਗਾ ਵਿੱਚੇ ਵਾ ਦੋ, ਇੱਕ ਹੈਗਾ ਪੰਡਾ ਬੰਨ ਕੇ, ਤੇ ਉਹਦਾ ਜਿਹੜੀ ਉੱਥੇ ਐਥਨੋਲ ਫੈਕਟਰੀ ਹੈਗੀ, ਉਸ ਪੰਡਾ ਬੰਨਣ ਤੇ ਵੀ 1000 ਰੁਪਈਆ ਪਰ ਏਕੜ ਦਿੰਦੇ ਨੇ, ਤੇ ਜਿਹੜੀ ਇੰਡਸਟਰੀ ਚੱਕਦੀ ਆ ਉਹਨੂੰ ਵੀ 500 ਰੁਪਈਆ ਪਰ ਮੀਟਰ ਟਨ ਇਨਸੈਂਟਿਵ ਦਿੰਦੇ ਨੇ। ਤੇ ਪਿਛਲੇ ਸਾਲ ਉਹਨਾਂ ਨੇ ਇਸ ਕੰਮ ਵਾਸਤੇ 19 ਕਰੋੜ ਰੁਪਈਆ ਲਗਾਇਆ। ਤੇ ਅਸੀਂ ਇੱਥੇ ਕੀ ਕਰ ਰਹੇ ਹਾਂ? ਅਸੀਂ ਇੱਥੇ ਸਿਰਫ ਇਸ਼ਤਿਹਾਰ ਦੇਈ ਜਾਂਦੇ, ਰੋਜ਼ ਇਸ਼ਤਿਹਾਰ। ਅੱਜ ਵੀ ਇਸ਼ਤਿਹਾਰ ਆਇਆ ਹੋਇਆ ਵੀ ਨਸ਼ਾ ਮੁਕਤ ਕਰਤਾ। ਹੁਣ ਤੁਸੀਂ ਦੇਖੋ, ਮੈਨੂੰ ਬੜਾ ਤਰਸ ਆਉਂਦਾ ਹੈ ਕਿ 7 ਮਹੀਨੇ ਪੁਰਾਣੀ ਪੈਸੇ ਦੇ ਕੇ ਹਰੇਕ ਅਖਬਾਰ, ਹਰੇਕ ਟੀਵੀ ਤੇ ਚਲਾਉਣੀ ਪਵੇ, ਇਦੋਂ ਮਾੜੀ ਗੱਲ ਨਹੀਂ ਹੋ ਸਕਦੀ। ਮੈਂ ਕਹਿੰਦਾ ਇਦੋਂ ਮਾੜੀ ਗੱਲ ਹੋ ਹੀ ਨਹੀਂ ਸਕਦੀ, ਕਿਉਂਕਿ ਇਹ ਕੰਮ ਹੁੰਦਾ ਇਲੈਕਸ਼ਨ ਵੇਲੇ। ਇਲੈਕਸ਼ਨ ਵੇਲੇ ਤੁਸੀਂ ਕਹਿ ਸਕਦੇ ਹੋ ਵੀ ਚਲੋ ਵੀ ਜੋ ਅਗਲਾ ਕਹਿੰਦਾ ਨਿਊਜ਼ ਲਾਉਣੀ ਹੈ ਤੇ ਉਹ ਪੈਸੇ ਇਸ਼ਤਿਹਾਰ ਦੇ ਲੱਗਣਗੇ। ਉਹ 5 ਮਹੀਨੇ ਬਾਅਦ ਲਾਉਣ ਲੱਗੇ ਯਾਰ। ਤੁਸੀਂ ਇਹ ਫਿਰ ਕਹਿੰਦੇ ਸਾਡਾ ਕੰਮ ਬੋਲਦਾ ਹੈ ਯਾਰ। ਕੰਮ ਜਦੋਂ ਕੰਮ ਹੋ ਜਾਂਦਾ ਨਾ, ਉਹ ਕੰਮ ਤਾਂ ਜਿਵੇਂ ਆਪਾਂ ਕਹਿੰਦੇ ਉਹ ਬੰਦਾ ਜਿਹੜਾ ਕਰਾ ਕੇ ਲਿਆਂਦਾ, ਲੋਕ ਕਹਿੰਦੇ ਵੀ ਚਾਹੇ ਕਿਸੇ ਦੀ ਰਿਸ਼ਵਤ ਲੈ ਲਈ, ਤੇ ਉਹ ਕਹਿੰਦਾ ਮੈਂ ਨਹੀਂ ਦੱਸਦਾ। ਜਿੱਦੇ ਨਿਕਲਣਾ ਉਹ ਕਹਿੰਦਾ ਮੈਂ, ਉਹ ਗਿੱਧਾ ਪਾਉਣਾ ਜਾਂਦਾ ਕਿ ਵੀ ਮੈਂ ਤਾਂ ਭੰਗੜਾ ਪਾਣਾ, ਵੀ ਮੈਂ ਤਾਂ ਇਹਨੇ ਪੈਸੇ ਦੇ। ਠੀਕ ਹੈ, ਤੇ ਜੇ ਕੰਮ ਕਰੋਗੇ ਤਾਂ ਕੰਮ ਤਾਂ ਆਪਣੇ ਆਪ ਬੋਲੂਗਾ। ਤੁਹਾਨੂੰ ਕੰਮ ਨੂੰ ਬੁਲਾਉਣ ਵਾਸਤੇ ਇਹ ਜਿਹੜਾ ਇੰਨੇ ਕਰੋੜ ਰੁਪਇਆ ਇਹਨਾਂ ਨੇ ਪਬਲਿਸਿਟੀ ਤੇ ਲਾਤਾ, ਉਹ ਵੀ ਗੁਜਰਾਤ ਤੇ ਹਿਮਾਚਲ ਤੇ ਹੈ। ਮੈਂ ਤੁਸੀਂ ਹੋਰ ਬੜੇ ਹੈਰਾਨ ਹੋਗੇ, ਟਾਈਮਜ਼ ਲਾਓ, ਮਿਰਰ ਲਾਓ, ਇਹੋ ਜਿਹੇ ਚੈਨਲ ਤੁਸੀਂ ਸੁਣੇ, ਉਹਨਾਂ ਦੀ ਐਡਵਰਟਾਈਜ਼ਮੈਂਟ ਆਈ ਜਾਂਦੀ ਹੈ। ਉਹ ਭਾਈ ਤੁਸੀਂ ਪੰਜਾਬ ਦਾ ਪੈਸਾ ਪੰਜਾਬੀਆਂ ਵਾਸਤੇ ਲਾਓ, ਉਹਨਾਂ ਦੀ ਬਿਹਤਰੀ ਵਾਸਤੇ ਲਾਓ। ਤੁਸੀਂ ਕਿਉਂ ਪੈਸਾ ਪੰਜਾਬ
ਹੁਣ ਇਹ ਆਮ ਆਦਮੀ ਦੀ ਗੱਲ ਕਰ ਰਿਹਾ, ਹੁਣ ਇਹਨੂੰ ਜਹਾਜ਼ ਚਾਹੀਦਾ ਫਿਕਸ ਵਿੰਗ। ਦੱਸੋ ਪੰਜਾਬ ਦੇ ਵਿੱਚ ਕਿੱਥੇ ਫਿਕਸ ਵਿੰਗ ਚੱਲਦਾ? ਕਿੰਨੇ ਕੇ 에ਅਰਪੋਰਟ ਨੇ ਪੰਜਾਬ ਦੇ ਵਿੱਚ? ਹੈਲੀਕਾਪਟਰ ਜਿੱਥੇ ਮਰਜ਼ੀ ਲਾ ਲਓ ਜਾ ਕੇ। ਦੇਖੋ ਚੰਨੀ ਜੀ, ਇਹ ਮੁੱਦੇ ਤੇ ਵੀ ਆਪਾਂ ਜਾਂਦੇ ਜਾਂਦੇ ਜ਼ਰੂਰ ਚਰਚਾ ਕਰਾਂਗੇ। ਗਿੱਲ ਸਾਹਿਬ ਨੂੰ ਸੁਣਿਆ ਜੀ। ਗਿੱਲ ਸਾਹਿਬ, ਮੈਂ ਚੰਨੀ ਸਾਹਿਬ ਨੂੰ ਪੁੱਛਦਾ, ਜੇ ਤੁਸੀਂ ਨਾ ਜਿਹੜਾ ਇਲੈਕਸ਼ਨਾਂ ਦੇ ਵੇਲੇ ਅਮਰ ਸ਼ਾਹ ਜੀ ਨੇ ਕਿਹਾ ਸੀ 15 ਲੱਖ ਰੁਪਈਆ ਜੇ ਦਿੱਤਾ ਹੁੰਦਾ ਤਾਂ ਅੱਗੇ ਕਿਸੇ ਨੇ ਵੀ ਨਹੀਂ ਲਾਉਣੀ, ਠੀਕ ਆ। ਅਸੀਂ ਜਿਹੜੀਆਂ ਗਰੰਟੀਆਂ ਦਿੱਤੀਆਂ ਇੱਕ ਠੋਕ ਕੇ ਦਿੱਤੀਆਂ, ਅੱਜ ਵੀ ਤੁਹਾਨੂੰ ਜ਼ਿੰਮੇਵਾਰੀ ਨਾਲ ਮੈਂ ਇਹ ਗੱਲ ਕਹਿ ਰਿਹਾ, ਪੂਰੀਆਂ ਕਰ ਰਹੇ ਆ ਔਰ ਕਰਾਂਗੇ। ਤੁਸੀਂ ਚਲੋ ਜਿੱਦੇ ਕਰੋਗੇ ਉਹਦੇ ਸਾਰੇ ਕਹਿਣਗੇ ਹੋ ਗਈਆਂ। ਇੱਕ ਮਿੰਟ ਕਰ ਰਹੇ ਆ ਜੀ, ਮਹੱਲਾ ਕਲੀਨਿਕ ਖੋਲੇ ਸਟਾਰਟਿੰਗ ਹੋ ਗਈ ਆ। ਇੱਕ ਮਿੰਟ, ਪੈਨਸ਼ਨ ਪੁਰਾਣੀ ਬਹਾਲ ਕੀਤੀ, ਠੀਕ ਹੈ ਜੀ। ਲੋਕਾਂ ਨੂੰ ਕੱਚਿਆਂ ਨੂੰ ਪੱਕੇ ਕੀਤਾ, ਲੋਕਾਂ ਨੂੰ ਨੌਕਰੀਆਂ ਦਿੱਤੀਆਂ, ਠੀਕ ਹੈ ਜੀ। ਗੱਲ ਇਹ ਆ ਲੱਗੇਗਾ ਅੱਜ ਠੀਕ ਆ ਤੁਹਾਡੇ ਕੋਲ ਸਮਾਂ ਆ, ਪਰ ਸੈਂਟਰ ਸਰਕਾਰ ਸਿਰਫ ਤੇ ਸਿਰਫ ਕਿਸਾਨਾਂ ਤੇ ਪੰਜਾਬ ਦਿਆਂ ਤੇ ਅਤਿਆਚਾਰ ਕਰਦੀ ਪਈ ਹੈ ਇਸ ਵੇਲੇ। ਕਦੀ ਪੰਜਾਬ ਦਾ ਹੀ ਪੁੱਛ ਰਹੇ ਆ, ਬਾਕੀਆਂ ਨੂੰ ਤੁਸੀਂ ਸਹੂਲਤਾਂ ਦੇ ਰਹੇ ਆ, ਬਾਕੀਆਂ ਨੂੰ ਹਰੇਕ, ਕਦੀ ਨਾ ਫਰੀਦਾਬਾਦ ਦਾ ਕਦੀ ਨਾ ਆਇਆ ਜੀ, ਕਦੀ ਤੁਹਾਡੇ ਮੂੰਹ ਤੇ ਹੈ ਕਿਸੇ ਦੇ। ਬਾਕੀ ਗੱਲ ਦੂਸਰੀ, ਚੈਨਲ ਕੋਈ ਤੁਸੀਂ ਛੱਡਿਆ ਹੀ ਨਹੀਂਗਾ, ਸਾਰੇ ਹੀ ਤਾਂ ਮੋਦੀ ਦੇ ਚੈਨਲ ਆ। ਕਿਹੜੀਆਂ ਗੱਲਾਂ ਕਰਦੇ ਤੁਸੀਂ? ਇਹਨਾਂ ਤੋਂ ਸਿਰਫ ਝਾਲੇ ਨਹੀਂ ਹੁੰਦਾ ਵੀ ਅਸੀਂ ਵੱਡੇ ਲੋਕਾਂ ਦੇ ਮੋਹਰੇ, ਆਮ ਘਰਾਂ ਦੇ ਮੁੰਡੇ ਇਹ ਕਿੱਥੋਂ ਆ ਕੇ ਬਹਿ ਗਏ? ਇਹ ਕਿੱਦਾਂ ਹੈਲੀਕਾਪਟਰ 'ਚ ਬਹਿ ਜਾਣਗੇ ਇੱਕ ਮਾਸਟਰ ਦਾ ਮੁੰਡਾ, ਠੀਕ ਆ। ਇਹਨਾਂ ਨੂੰ ਨੀਂਦ ਤਾਂ ਨਹੀਂ ਆਉਂਦੀ। ਕਦੀ ਤੁਸੀਂ ਸੋਚਿਆ ਸੁਰਿੰਦਰ ਜੀ, ਇਹ ਤਾਂ ਪ੍ਰਮਾਤਮਾ ਸਾਡਾ ਸਾਥ ਦਿੰਦਾ, ਮਾਲਕ ਦੀ ਕਿਰਪਾ ਆ। 8-10 ਸਾਲ ਪੁਰਾਣੀ 2 ਮੁੱਖ ਮੰਤਰੀ ਲੈ ਕੇ ਬੈਠੇ, ਔਰ ਜੋ ਇਹਨਾਂ ਦਾ ਹਸ਼ਰ ਉੱਥੇ ਗੁਜਰਾਤ ਦੇ ਵਿੱਚ ਹੋ ਰਿਹਾ, ਸਾਨੂੰ ਕਹਿੰਦੇ ਉੱਥੇ ਚਲ ਗਏ, ਸਾਰਾ ਲਾਣਾ ਉੱਥੇ ਵਾੜਿਆ ਹੈ, ਪੂਰੇ ਹਿੰਦੁਸਤਾਨ ਤੋਂ ਸਾਰਾ ਲਾਣਾ। ਤਾਂ ਸਾਨੂੰ ਕਹਿ ਰਹੇ ਆ ਵੀ ਇਹ ਜੀ ਹਿਮਾਚਲ ਚਲ ਗਏ, ਉੱਥੇ ਚਲ ਗਏ। ਨਹੀਂ ਗਿੱਲ ਸਾਹਿਬ, ਦੇਖੋ ਆਪਾਂ ਪੀੜੀ ਇੱਕ ਮਿੰਟ ਚੰਨੀ ਜੀ ਬਸਲਾ, ਇਹ ਵੀ ਬਿਲਕੁਲ ਗੱਲ ਸਹੀ ਆ। ਆਪਦੀ ਪੀੜੀ ਹੇਠਾਂ ਜਦੋਂ ਸੋਟਾ ਮਾਰਾਂਗੇ ਤਾਂ ਮੈਨੂੰ ਲੱਗਦਾ ਕਿ ਦੋਨੋਂ ਸਿਆਸਤਦਾਨ ਜਿਹੜੇ ਸਾਹਮਣੇ ਬੈਠੇ ਨੇ, ਉਹਨਾਂ ਨੇ ਜਿਹੜੇ ਆਰੋਪ ਤੁਸੀਂ ਲਾਏ ਨੇ, ਗਿੱਲ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਨਾ, ਪਬਲਿਸਿਟੀ ਤੇ ਮਾਰਕੀਟਿੰਗ, ਤਸਵੀਰਾਂ ਤੁਸੀਂ ਵੀ ਦੇਖਿਆ ਹੋਣਾ ਹਸਪਤਾਲ ਦੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਪਤਾ ਕਰਨ ਜਾਂਦੇ ਨੇ ਕਿਵੇਂ ਰਾਤੋਂ ਰਾਤ ਉਸ ਹਸਪਤਾਲ ਦੀ ਸ਼ਕਲ ਬਦਲ ਦਿੱਤੀ ਜਾਂਦੀ ਹੈ, ਕਿਵੇਂ ਸੜਕਾਂ ਤੇ ਪੈਚ ਲਾਏ ਦਿੱਤੇ ਜਾਂਦੇ ਨੇ। ਦੇਖੋ ਉੱਥੇ ਭਾਜਪਾ ਵੀ ਉਵੇਂ ਹੈ। ਤੇ ਗਿੱਲ ਸਾਹਿਬ, ਜੇ ਤੁਹਾਡੇ ਵਾਲੇ ਪਾਸੇ ਵੀ ਆਵਾਂ ਤਾਂ ਬਿਲਕੁਲ ਤੁਹਾਡੇ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਇੱਕ ਬਹੁਤ ਵੱਡਾ ਅਖਬਾਰ ਤੇ ਇੱਕ ਫਰੰਟ ਪੇਜ ਜਿੰਦਾ ਕਿ ਮੱਧ ਪ੍ਰਦੇਸ਼ ਤੱਕ ਦਾ ਉੱਥੇ ਪ੍ਰਚਾਰ ਕੀਤਾ ਜਾਂਦਾ, ਉੱਥੇ ਸਵਾਲ ਤੁਹਾਡੇ ਤੇ ਵੀ ਨੇ। ਇਹ ਮੈਨੂੰ ਇਹ ਲੱਗਦਾ ਕਿ ਪ੍ਰਚਾਰ ਦੇ ਪੱਖੋਂ ਅਗਰ ਦੇਖੀਏ ਤਾਂ ਭਾਜਪਾ ਸ਼ਾਇਦ ਜਿਹਦੇ ਸੋਸ਼ਲ ਮੀਡੀਆ ਦਾ ਜੇ ਕ੍ਰਾਂਤੀਕਾਰੀ ਲਿਆਈ ਹੈ ਨਾ, ਤਾਂ ਭਾਜਪਾ ਸੀਗੀ ਜਿਹਨੇ ਸ਼ੁਰੂਆਤ ਕੀਤੀ ਕਿ ਸੋਸ਼ਲ ਮੀਡੀਆ ਰਾਹੀਂ ਵੀ ਕਿਵੇਂ ਇਲੈਕਸ਼ਨ ਜਿੱਤਿਆ ਜਾਂਦਾ ਹੈ। ਵਾਕਈ ਬਹੁਤ ਹੋਣਾ ਵੀ ਚਾਹੀਦਾ ਸੀ, ਇੱਕ ਟੂਲ ਦਿੱਤਾ, ਤੇ ਉਹ ਟੂਲ ਦੀ ਬਦੌਲਤ ਹੈ ਕਿ ਅੱਜ ਉਸ ਟੂਲ ਦੇ ਵਿੱਚ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਆਂਦੀ ਹੈ, ਤੇ ਉਹਨੇ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੀਤਾ। ਤੇ ਅੱਜ ਜੇ ਕਾਂਗਰਸ ਦਾ ਇਹ ਹਾਲ ਹੈ, ਹਾਲੇ ਕਿ ਕਾਂਗਰਸ ਦੇ ਵਿੱਚ ਆਪਣੇ ਨਹੀਂ, ਉਹਦੇ ਪਿੱਛੇ ਕਾਰਨ ਵੀ ਹੈ ਕਿ ਉਹਨਾਂ ਦੀ ਉਹ ਆਈਟੀ ਟੀਮ, ਕਿਉਂਕਿ ਮੁੱਦੇ ਨਾ ਉਹ ਚੱਕ ਸਕਦੀ ਸੀ ਤੇ ਨਾ ਉਹਨਾਂ ਨੇ ਉਸ ਤਰੀਕੇ ਨਾਲ ਚੱਕੇ। ਨਹੀਂ ਤਾਂ ਅੱਜ ਵੀ 2 ਲੱਖ ਕਰੋੜ ਦਾ ਜਿਹੜਾ ਮੁੱਦਾ ਚੱਕਿਆ ਗਿਆ ਸੀਗਾ, ਉਹ ਹਾਲੇ ਤੱਕ ਵੀ ਨਹੀਂ ਪਤਾ ਲੱਗਿਆ ਕਿ ਉਹ 2 ਲੱਖ ਕਰੋੜ ਮਿਲਿਆ ਕਿ ਨਹੀਂ ਮਿਲਿਆ। ਪਰ ਮੋਦੀ ਸਾਹਿਬ ਜ਼ਰੂਰ ਪ੍ਰਧਾਨ ਮੰਤਰੀ ਵੀ ਬਣਦੇ ਨੇ ਤੇ ਹਰ ਰੈਲੀ 'ਚ ਜ਼ਿਕਰ ਹੁੰਦਾ ਹੈ, ਤੇ ਇਹ ਹਰ ਪਾਰਟੀ ਦਾ ਇੱਕ ਏਜੰਡਾ ਹੈ, ਮਾਰਕੀਟਿੰਗ ਸਟ੍ਰੈਟੇਜੀਜ਼ ਨੇ। ਤੇ ਮੈਨੂੰ ਲੱਗਦਾ ਕਿ ਉਸ ਤੇ ਆਪਾਂ ਉਂਗਲਾਂ ਨਾ ਚੱਕੀਏ, ਕਿਉਂਕਿ ਦੋਨੋਂ ਧਿਰਾਂ, ਤੁਸੀਂ ਜਿਹੜੀ ਦੋਨੋਂ ਬੈਠੇ ਹੋ, ਮੈਨੂੰ ਲੱਗਦਾ ਕਿ ਦੋਨੋਂ ਉਸ ਪੱਖ ਦੇ ਵਿੱਚ ਇੱਕ ਸ਼ੇਰ ਹੈ ਤੇ ਦੂਜਾ ਸਵਾ ਸ਼ੇਰ ਹੀ ਹੈ ਜੀ। ਸੁਰਿੰਦਰ ਜੀ, ਮੈਂ ਤੁਹਾਡਾ ਇਸ ਦਾ ਟੌਪਿਕ ਨਹੀਂ ਗਿਆ, ਮੈਂ ਥੋੜੀ ਜਿਹੀ ਤੁਹਾਡੇ ਨਾਲ, ਕਿਉਂਕਿ ਆਪਾਂ ਫਸਟ ਟਾਈਮ ਹੈ। ਸੁਰਿੰਦਰ ਜੀ, ਮੈਂ 1994 ਤੋਂ ਲੈ ਕੇ ਅਮਰੀਕਾ ਹੀ ਰਹਿ ਰਿਹਾ, ਤਾਂ ਅਮਰੀਕਾ ਹੀ ਸੀਗੇ, ਅਸੀਂ ਕਦੀ ਜੁਆਇਨਿੰਗ ਪਾਰਟੀ ਕੋਈ ਕੀਤੀ ਨਹੀਂ ਸੀ, ਠੀਕ ਹੈ ਜੀ। ਅਸੀਂ ਫਰੈਸ਼ ਜਿਹੜੇ ਆ, ਔਰ ਪੰਜਾਬ ਨਾਲ ਦਰਦ ਸੀ। ਅਮਰੀਕਾ ਦੀਆਂ ਸਿਟੀਜ਼ਨਸ਼ਿਪਾਂ ਛੱਡ ਕੇ ਇੱਥੇ ਫਿਰਦੇ ਆ, ਬੱਚੇ ਸਾਡੇ ਉੱਥੇ ਆ, ਮਾਤਾ ਪਿਤਾ ਉੱਥੇ ਆ, ਸਾਡਾ ਇੱਕੋ ਹੀ ਮਤਲਬ ਆ, ਪੰਜਾਬ ਨੂੰ ਮੋੜ ਉਹ ਪੰਜਾਬ ਬਣਾਉਣਾ। ਸਾਡੇ ਦਿਲ 'ਚ ਖੋਟ ਨਹੀਂ ਗੀ, ਠੀਕ ਹੈ ਜੀ। ਅਸੀਂ ਪੰਜਾਬ ਨੂੰ ਬਣਾਵਾਂਗੇ, ਤਦੇ ਹੀ ਅਸੀਂ ਘਰੋਂ ਬੇਘਰ ਹੋ ਕੇ ਇੱਥੇ ਰਹਿ ਰਹੇ ਹਾਂ। ਬਲੀਵ ਕਰਿਓ, ਪਰਿਵਾਰ ਸਾਰਾ ਉੱਥੇ ਹੋਵੇ, ਔਰ ਦਿਨ ਰਾਤ ਅਸੀਂ ਲੋਕਾਂ ਦੇ ਵਿੱਚ ਜਾ ਕੇ ਹੱਥ ਜੋੜਦੇ ਆ ਜੀ ਵੀ ਪਰਾਲੀ ਨੂੰ ਅੱਗ ਨਾ ਲਾਓ, ਕੋਈ ਨਹੀਂ, ਜੇ ਅੱਜ ਨਹੀਂ ਆਏ ਕੱਲ ਅਸੀਂ। ਗਿੱਲ ਸਾਹਿਬ, ਬਿਲਕੁਲ ਇਹ ਸਮਾਂ ਘੱਟ ਹੈ ਜੀ। ਸੁਰਿੰਦਰ ਜੀ, ਤੁਸੀਂ ਇਹ ਦੇਖੋ, ਪਿਛਲੇ ਇਤਿਹਾਸ ਦੇ ਵਿੱਚ ਸਿਆਸਤ ਬਦਲ ਰਹੀ ਹੈ। ਇੱਕ ਜ਼ਰੂਰ ਖਿਆਲ ਰੱਖੋ, ਕਦੀ MLA ਜਾ ਕੇ ਕਿਸਾਨਾਂ ਦੇ ਵਿੱਚ ਹੱਥ ਜੋੜਦੇ ਸੀ
ਵੀ ਪਰਾਲੀ ਨੂੰ ਇਹਨਾਂ ਦੇ ਕਿੰਨੇ ਕੁ ਵਿਧਾਇਕ ਜਾਂਦੇ ਆ ਲੋਕਾਂ ਦੇ? ਨਹੀਂ ਗਿੱਲ ਸਾਹਿਬ, ਕਿੰਨੇ ਕੁ ਵਿਧਾਇਕ, ਗਿੱਲ ਸਾਹਿਬ ਇੱਕ ਮਿੰਟ, ਕਿੰਨੇ ਕੁ ਇਹਨਾਂ ਦੇ ਵਿਧਾਇਕ ਆ ਜਿਹੜੇ ਪ੍ਰਸ਼ਾਸਨਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਲੋਕਾਂ ਦਾ ਦੁੱਖ ਸੁਣਨ ਜਾਂਦੇ ਆ? ਦੇਖੋ ਸਿਆਸਤ ਚੇਂਜ ਹੋ ਰਹੀ ਆ, ਠੀਕ ਆ, ਨਵੀਂ ਪਾਰਟੀ ਆ, ਪਰ ਇੰਨਾ ਜ਼ਰੂਰ ਆ ਉਸ ਪਰਮੇਸ਼ਰ ਦੀ ਕਿਰਪਾ ਨਾਲ ਸ਼ਾਇਦ ਅਗਲੇ ਸੀਜ਼ਨ ਤੱਕ ਮਾਲਕ ਕਿਰਪਾ ਕਰੇ, ਇਹਨਾਂ ਤੋਂ ਸਾਡੇ ਇਹਨਾਂ ਵੱਲ ਤਾਂ ਸਾਨੂੰ ਝਾਕਣ ਦੀ ਲੋੜ ਵੀ ਨਾ ਸੈਂਟਰ ਵੱਲ ਪਵੇ, ਮਾਲਕ ਕਿਰਪਾ ਕਰੇ ਸਾਡੇ ਨਾਲ। ਬਿਲकुल मेरी भी गिल साहब ਅਸੀਂ यही ਆਪਣਾ गुजारिश है ਹੱਲ कि ਕਰਵਾਂਗੇ। ਸਿਆਸਤ ਤੋਂ ਉੱਪਰ ਉੱਠ ਕੇ ਮੁੱਦਾ ਦੇਖੀਏ, ਜਿਹੜਾ ਮੁੱਦਾ ਵਾਕਈ ਲੋਕਾਂ ਨਾਲ ਜੁੜਿਆ ਹੋਇਆ ਹੈ। ਜੇ ਜ਼ਹਿਰੀਲੀ ਹਵਾ ਚਾਹੇ ਉਹ ਦਿੱਲੀ ਦੇ ਵਿੱਚ ਹੈ, ਚੰਨੀ ਜੀ ਮੈਨੂੰ ਵੀ ਇਹ ਲੱਗਦਾ ਕਿ ਉੱਥੇ ਭਾਜਪਾ ਦਾ ਵੀ ਵੋਟਰ ਹੈ, ਜਿਹੜਾ ਐਮਐਲਏ ਹਾਰਿਆ ਵੀ ਹੈ ਨਾ, ਜੇ ਪੰਜਾਬ ਦੇ ਵਿੱਚ ਵੀ ਕੁਝ ਪਰ ਤੁਹਾਨੂੰ ਵੋਟਾਂ ਤਾਂ ਪਈਆਂ ਨੇ ਨਾ, ਉਹ ਵੀ ਉਹੀ ਸਾਹ ਲੈ ਰਿਹਾ ਤੇ ਜਿੱਤੇ ਵਾਲੇ ਦਾ ਵੀ ਉਹੀ ਸਾਹ ਲੈ ਰਿਹਾ। ਆਪਾਂ ਉਹਨਾਂ ਦੇ ਦੁਬਾਰਾ ਵਿਚਰਨਾ ਤੇ ਸਿਆਸਤ ਉੱਪਰ ਉੱਠ ਕੇ ਮੈਂ ਤਾਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਨੋਂ ਸਾਰੇ ਸਿਆਸਤਦਾਨਾਂ ਨੂੰ ਇਹ ਕਹਾਂਗਾ, ਇਸ ਮੁੱਦੇ ਦਾ ਹੱਲ ਕੱਢੀਏ, ਨਾ 1500 ਚ ਪਈਏ ਨਾ ਕ੍ਰੈਡਿਟ ਵਾਰ ਚ ਪਈਏ, ਕਿਉਂਕਿ ਇਸ ਟਾਈਮ 424 에ਅਰ ਕੁਆਲਿਟੀ ਇੰਡੈਕਸ ਦਾ ਹੋਣਾ ਵਾਕਈ ਚੰਨੀ ਸਾਹਿਬ ਬਹੁਤ ਖਤਰਨਾਕ ਹੈ। ਤੁਸੀਂ ਸਹਿਮਤ ਹੋ ਕਿ ਨਹੀਂ? ਜਾਂਦੇ ਜਾਂਦੇ ਜਰੂਰ ਪਲੀਜ਼ ਸਿਆਸਤੀ ਤੋਂ ਉੱਪਰ ਉੱਠ ਕੇ ਚੰਨੀ ਜੀ ਕੀ ਸੋਚਦੇ ਨੇ ਇਸ ਪਰਾਲੀ ਦੇ ਮੁੱਦੇ ਤੇ, ਕਿਵੇਂ ਸਿਆਸਤ ਦੋਨੋਂ ਧੜਾ ਆਪਸ ਦੇ ਵਿੱਚ ਸੁਲਹ ਮਸ਼ਵਰਾ ਕਰ ਸਕਦੀਆਂ ਨੇ? ਜੀ ਦੇਖੋ ਗੱਲ ਇਹ ਹੈਗੀ ਹੈ ਕਿ ਇਹ ਜਿਹੜਾ ਮੁੱਦਾ ਹੈਗਾ ਇਹ ਬਹੁਤ ਗੰਭੀਰ ਹੈ ਔਰ ਸਾਡੇ ਜੀਵਨ ਦੇ ਨਾਲ, ਸਾਡੇ ਵਾਤਾਵਰਣ ਦੇ ਨਾਲ ਔਰ ਸਾਡੇ ਗੁਰੂਆਂ ਦੀ ਸਿੱਖਿਆ ਦੇ ਖਿਲਾਫ। ਉਹਨਾਂ ਨੇ ਜਿਹੜਾ ਕਿਹਾ ਸੀ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ, ਅਸੀਂ ਇਹਦਾ ਉਜਾੜਾ ਨਾ ਹੋਣ ਦਈਏ ਤੇ ਇੱਥੋਂ ਦੇ ਲੋਕਾਂ ਦਾ ਉਜਾੜਾ ਵੀ ਨਾ ਹੋ। ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਗਿੱਲ ਸਾਹਿਬ ਬਹੁਤ ਅੱਛੇ ਬੰਦੇ ਨੇ ਤੇ ਸ਼ਾਇਦ ਇਹ ਪਾਰਟੀ ਇਹਨਾਂ ਨੂੰ ਸ਼ਾਇਦ ਗਲਤ ਪਾਰਟੀ 'ਚ ਆ ਗਏ, ਕਿਉਂਕਿ ਇਹ ਜਿਹੜੀ ਪਾਰਟੀ ਹੈਗੀ ਹੈ ਉਹ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਨੇ ਉਹਦੇ ਨਹੀਂ ਆ। ਕਿਉਂ ਨਹੀਂ ਜਾਂਦੇ? 92 ਐਮਐਲ ਤਾਂ ਇਹਨਾਂ ਦੇ, ਹੋਰ ਕਿਹੜੇ ਐਮਐਲਏ ਨੇ ਜਾਣਾ ਜੀ ਉੱਥੇ ਲੋਕਾਂ ਦੇ ਵਿੱਚ ਵਿਚਰਨਾ? ਉਹ ਤਾਂ ਛੱਡੇ ਨਹੀਂ ਕਾਸੇ ਜੋ ਕਿ ਜੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ, ਇਹ ਤਾਂ ਜਿਵੇਂ ਆਪਾਂ ਕਹਿੰਦੇ ਦੋ ਭਲਵਾਨ ਤੇ ਕੋਵੇ, ਜਿਵੇਂ ਆਪ ਕਹਿਣਾ ਨਹੀਂ ਚਾਹੀਦਾ, ਚਾਹੇ ਉਹ ਦੂਜਾ ਬਾਣੀਆ ਹੋਵੇ ਤੇ ਉੱਤੇ ਪਿਆ ਵੀ ਚੀਕਾਂ ਮਾਰੀ ਜਾਂਦਾ ਵੀ ਜੇ ਥੱਲੇ ਨਾ ਕਿਤੇ ਨਿਕਲਿਆ। ਆਪਦਾ ਬੈਠਣਾ ਚਾਹੀਦਾ। ਮੇਰੀ ਬੇਨਤੀ ਹੈ ਭਗਵੰਤ ਮਾਨ ਨੂੰ ਕਿ ਦੌਰੇ ਛੱਡੇ। ਪੰਜਾਬ ਨੇ ਉਹਨਾਂ ਨੂੰ ਚੀਫ ਮਿਨਿਸਟਰ ਚੁਣਿਆ ਔਰ ਕੇਜਰੀਵਾਲ ਨੇ ਬਣਨਾ ਪ੍ਰਾਈਮ ਮਿਨਿਸਟਰ। ਇਹਨਾਂ ਨੇ ਤਾਂ ਕੁਝ ਬਣਨਾ ਨਹੀਂ। ਇਹ ਆਪਦਾ ਪੰਜਾਬ ਦਾ ਪੈਸਾ ਤੇ ਪੰਜਾਬ ਦਾ ਟਾਈਮ, ਜਿਹੜਾ ਟਾਈਮ ਨਾ ਚੀਫ ਮਿਨਿਸਟਰ ਦਾ ਨਹੀਂ ਹੈਗਾ, ਬਿਲਕੁਲ ਚੰਨੀ ਜੀ ਇੱਕ ਛੋਟੀ ਜਿਹੀ ਗੁਜ਼ਾਰਿਸ਼, ਟਾਈਮ ਨੂੰ ਚੰਡੀਗੜ੍ਹ ਦੇ ਵਿੱਚ ਰਹਿ ਕੇ, ਪੰਜਾਬ ਦੇ ਵਿੱਚ ਰਹਿ ਕੇ ਯੂਟਿਲਾਈਜ਼ ਕਰ। ਔਰ ਸਾਡੇ ਕੋਲ ਹਰ ਤਰ੍ਹਾਂ ਦੇ ਸਮਰੱਥਾ, ਅਫਸਰਾਂ ਦਾ ਵੀ ਕੋਈ ਘਾਟ ਨਹੀਂ, ਪੂਰਾ ਕਰ ਸਕਦੇ। ਸਿਰਫ ਗੱਲ ਕੀ ਹੈਗੀ ਹੈ ਕਿ ਜਦੋਂ ਅਸੀਂ ਆਪੋਜੀਸ਼ਨ ਹੁੰਦੇ ਆ, ਸਾਡੀ ਸੋਚ ਤੇ ਵਿਚਾਰ ਹੋਰ ਹੁੰਦੇ ਆ, ਜਦੋਂ ਅਸੀਂ ਆਪਣੇ ਇਹਦੇ ਚ ਆ ਜਾਂਦੇ ਆ ਉਦੋਂ ਹੋਰ ਹੁੰਦੇ। ਹੁਣ ਮੈਂ ਜਾਣਦਾ ਇੱਕ ਹੋਰ ਗੱਲ ਕਹਿ ਦਿੰਦਾ, ਇਹਨਾਂ ਨੂੰ ਸ਼ਾਇਦ ਬਹੁਤ ਹੀ ਚੰਗੀ ਤਾਂ ਨਾ ਲੱਗੇ। ਹੁਣ ਤੁਸੀਂ ਸੋਚਿਆ ਸੀ ਕਦੇ? ਅਜੇ ਤਾਂ ਬੀਜੇਪੀ ਨੇ ਤਾਂ ਪ੍ਰਚਾਰ ਹੀ ਨਹੀਂ ਸ਼ੁਰੂ ਕੀਤਾ ਗੁਜਰਾਤ ਦੇ ਵਿੱਚ, ਨਾ ਹੀ ਅਜੇ ਇਲੈਕਸ਼ਨਾਂ ਹੋਈਆਂ, ਤੇ ਇਹ ਕਦੋਂ ਦੇ ਕਮਰ ਕਸੇ ਤੁਰੇ ਫਿਰਦੇ ਨੇ, ਗੇੜੇ ਤੇ ਗੇੜਾ ਦੇਈ ਜਾਂਦੇ। ਤੇ ਹੁਣ ਜੋ ਡਰਾਈ ਸਟੇਟ ਹੈ ਔਰ ਉੱਥੋਂ ਹੁਣ ਇੱਥੋਂ ਦੀ ਜਿਹੜੀ ਸ਼ਰਾਬ ਜਾ ਰਹੀ ਹੈ ਜੀ, ਤੇ ਉੱਥੇ ਸਮਗਲ ਹੋ ਰਹੀ ਹੈ। ਬਿਲਕੁਲ ਚੰਨੀ ਸਾਹਿਬ, ਕਿੱਡੀ ਮਾੜੀ ਗੱਲ ਹੈ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਬ ਬਹੁਤ ਇਹ ਮੁੱਦੇ ਤੇ ਆਪਾਂ ਜ਼ਰੂਰ ਬੈਠਾਂਗੇ। ਮੇਰੀ ਇੱਕ ਜਾਂਦੇ ਜਾਂਦੇ ਇੱਕ ਗੁਜ਼ਾਰਿਸ਼ ਜ਼ਰੂਰ ਹੈ ਤੁਹਾਨੂੰ ਦੋਨੋਂ ਸਿਆਸਤਦਾਨਾਂ ਨੂੰ, ਕਿ ਆਪਾਂ ਕੀ ਚੰਨੀ ਜੀ ਭਾਜਪਾ ਵੱਲੋਂ ਅਪੀਲ ਕਰ ਸਕਦੇ ਨੇ ਕਿਸਾਨਾਂ ਨੂੰ, ਤੇ ਕੀ ਗਿੱਲ ਸਾਹਿਬ ਤੁਸੀਂ ਅਪੀਲ ਕਰ ਸਕਦੇ ਆ ਕਿ ਉਸ ਤੋਂ ਬਾਅਦ ਆਪਾਂ ਇਜਾਜ਼ਤ ਦਈਏ ਕਿ ਅਪੀਲ ਕਰੀਏ ਉਹਨਾਂ ਭਰਾਵਾਂ ਨੂੰ, ਉਹਨਾਂ ਕਿਸਾਨਾਂ ਨੂੰ ਕਿ ਅੱਗ ਨਾ ਲਾਣ, ਕਿਉਂਕਿ ਹੋ ਸਕਦਾ ਹੈ ਕਿ ਤੁਹਾਡੀ ਅਪੀਲ ਦਾ ਹੀ ਕਿਤੇ ਨਾ ਕਿਤੇ ਕੋਈ ਅਸਰ ਹੋ ਜਾਏ। ਇਹੀ ਸਭ ਤੋਂ ਵੱਡਾ ਹੱਲ ਹੈ ਕਿ ਜੋ ਮੈਨੂੰ ਇਹ ਲੱਗਦਾ ਕਿ ਆਪਾਂ ਸਿਆਸਤ ਉੱਪਰ ਉੱਠ ਕੇ ਲੋਕਾਂ ਨੂੰ, ਉਹ ਕਿਸਾਨਾਂ ਨੂੰ ਜ਼ਰੂਰ ਅਪੀਲ ਕਰੀਏ ਕਿ ਉਹ ਧੂਏ ਦੇ ਵਿੱਚ ਉਹਨਾਂ ਦਾ ਪਰਿਵਾਰ ਵੀ ਰਹਿ ਰਿਹਾ, ਉਸੇ ਧੂਏ ਦੇ ਵਿੱਚ ਉਹ ਪਿੰਡ ਵੀ ਹੈ ਤੇ ਉਸੇ ਧੂਏ ਦੇ ਵਿੱਚ ਇਸ ਟਾਈਮ ਸਾਰਾ ਸੂਬਾ ਵੀ ਹੈ, ਤੇ ਇਸ ਲਈ ਉਹਨਾਂ ਨੂੰ ਅਪੀਲ ਕਰੀਏ। ਤੇ ਅਪੀਲ ਕਰਦੇ ਹੋਏ ਫਿਰ ਇਜਾਜ਼ਤ ਲੈਂਦੇ ਆ। ਪਲੀਜ਼ ਚੰਨੀ ਜੀ ਤੋਂ ਸ਼ੁਰੂਆਤ ਤੁਹਾਡੇ ਤੋਂ, ਅਪੀਲ ਕਰ ਦਿਓ ਬਸ ਜੀ। ਮੈਂ ਹੱਥ ਬੰਨ੍ਹ ਕੇ ਸਾਰੇ ਜਿਹੜੇ ਕਿਸਾਨ ਵੀਰ ਨੇ ਇਸ ਧੰਦੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਇਹ ਧੂਏ ਦਾ ਨੁਕਸਾਨ ਦਿੱਲੀ 'ਚ ਬਾਅਦ 'ਚ ਹੁੰਦਾ ਹੈ, ਆਸੇ-ਪਾਸੇ ਬਾਅਦ 'ਚ ਹੁੰਦਾ ਹੈ, ਸਾਨੂੰ ਪਹਿਲਾਂ ਹੁੰਦਾ ਹੈ, ਤੇ ਸਾਡੀ ਉਸ ਤੋਂ ਉੱਪਰ ਸਾਡੀ ਧਰਤੀ ਦਾ ਨੁਕਸਾਨ ਹੋ ਰਿਹਾ, ਸਾਡੇ ਵਾਤਾਵਰਣ ਦਾ ਨੁਕਸਾਨ ਹੋ ਰਿਹਾ। ਇਸ ਪਰਾਲੀ ਨੂੰ ਜਿੱਥੋਂ ਤੱਕ ਹੋ ਸਕੇ ਬਿਲਕੁਲ ਨਾ ਸਾੜੋ। ਪਰ ਮੈਨੂੰ ਇੱਕ ਚੀਜ਼ ਜਿਹੜੀ ਮੈਂ ਕਿਸਾਨਾਂ ਦੀਆਂ ਗੱਲਾਂ ਵੀ ਸੁਣੀਆਂ ਨੇ, ਉਹ ਇਹ ਕਹਿੰਦੇ ਆ ਜੀ ਸਾਡੇ ਕੋਲੇ ਜਿਹੜੀ ਡਿਊਰੇਸ਼ਨ ਹੈ ਨਾ, ਜਿਹੜੀ ਆਪਣੀ ਕ੍ਰੌਪ ਅਗਲੀ ਜਿਹੜੀ ਬੀਜਣੀ ਹੈ ਉਹ ਬਹੁਤ ਘੱਟ ਹੈ। ਉਸ ਚੱਕਰ ਦੇ ਵਿੱਚ ਉਹਨਾਂ ਕੋਲੇ ਟਾਈਮ, ਉਹ ਕਹਿੰਦੇ ਅਸੀਂ ਭਰੀਆਂ ਬੰਨ ਕੇ ਵੀ ਜੇ ਰੱਖ ਦਈਏ ਤਾਂ ਜੇ ਕੋਈ ਨਹੀਂ ਚੱਕਣ ਆਉਂਦਾ ਤੇ ਅਸੀਂ ਅੱਗੇ ਪਾਣੀ ਲਾਣਾ ਹੈਗਾ, ਜ਼ਮੀਨ ਅੱਗੇ ਤਿਆਰ ਕਰਨੀ ਹੈਗੀ ਹੈ। ਤੋ ਇਸ ਚੀਜ਼ ਦਾ ਉਹਨਾਂ ਦੀਆਂ ਮਜਬੂਰੀਆਂ ਨੇ। ਕੋਈ ਕਿਸਾਨ ਨਹੀਂ ਲਾਣਾ ਚਾਹੁੰਦਾ ਅੱਗ, ਉਹਨੂੰ ਕੁਝ ਖੁਸ਼ੀ ਨਹੀਂ ਮਿਲਦੀ।
ਪਰ ਇਹਦਾ ਸਮਾਧਾਨ ਜਿਹੜਾ ਹੈਗਾ ਉਹ ਮੌਕੇ ਦੀ ਸਰਕਾਰ ਨੇ ਦੇਣਾ ਹੈ। ਉਹਨੂੰ ਜੇ ਕੋਈ ਸਾਡੀ ਕੋਈ ਗੱਲ ਲੋੜ ਹੈਗੀ ਹੈ ਕਿਤੇ, ਸਾਨੂੰ ਜ਼ਰੂਰ ਵਰਤ ਲੈਣ, ਅਸੀਂ ਇਹਨਾਂ ਦੀ ਬਾਂਹ ਫੜਾਂਗੇ ਜਿੱਥੇ ਕਿਤੇ ਲੋੜ ਹੈਗੀ ਹੈ। ਪਰ ਇਹਦਾ ਹੱਲ ਜਿਹੜਾ ਸਰਕਾਰ ਤੇ ਸਾਰੇ ਅਸੀਂ ਮਿਲ ਕੇ, ਕਿਉਂਕਿ ਵਾਤਾਵਰਨ ਸਭ ਦਾ ਸਾਂਝਾ ਹੈ, ਧਰਤੀ ਮਾਂ ਸਭ ਦੀ ਸਾਂਝੀ ਹੈ, ਅਸੀਂ ਇਹਦਾ ਹੱਲ ਲੱਭੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਚੰਨੀ ਜੀ, ਤੁਸੀਂ ਸਮਾਂ ਵੀ ਦਿੱਤਾ। ਗਿੱਲ ਸਾਹਿਬ, ਤੁਹਾਡੇ ਵੱਲੋਂ ਅਪੀਲ, ਹੋਰ ਕੋਈ ਸਿਆਸਤ ਨਹੀਂ, ਅਪੀਲ ਪੰਜਾਬੀ ਹੋਣ ਦੇ ਨਾਤੇ ਤੇ ਇਨਸਾਨ ਹੋਣ ਦੇ ਨਾਤੇ, ਕਿਉਂਕਿ ਇਸ ਟਾਈਮ ਵਾਕਈ ਜ਼ਹਿਰੀਲੀ ਹਵਾ ਆਪਾਂ ਲੈ ਰਹੇ ਹਾਂ ਜੀ। ਮੈਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ, ਭਰਾਵਾਂ ਨੂੰ ਬੇਨਤੀ ਕਰਦਾ ਕਿ ਰਲ ਮਿਲ ਕੇ ਆਪਾਂ ਇਹਦਾ ਹੱਲ ਤੇ ਸੁਝਾਅ ਵੀ ਦੱਸੋ, ਪਰ ਪਰਾਲੀ ਨੂੰ ਅੱਗ ਨਾ ਲਾਈਏ, ਕਿਉਂਕਿ ਆਉਣ ਵਾਲੀ ਜਨਰੇਸ਼ਨ ਉਹਦੇ ਵਿੱਚ ਇਕੱਲੇ ਸਿਆਸਤਦਾਨਾਂ ਦੇ ਬੱਚੇ ਨੇਗੇ, ਗਰੀਬ ਤੋਂ ਲੈ ਕੇ ਅਮੀਰ ਤੱਕ ਦੇ ਬੱਚੇ ਆ। ਆਪਾਂ ਸਾਰਿਆਂ ਨੂੰ ਉਸ ਪ੍ਰਦੂਸ਼ਣ ਤੋਂ ਬਚਾਉਣਾ ਆ। ਆਪਣਾ ਆਪਣਾ ਫਰਜ਼ ਸਮਝਦੇ ਹੋਏ ਆਪਾਂ ਅੱਗ ਲਾਉਣ ਤੋਂ ਗੁਰੇਜ਼ ਕਰੀਏ। ਤੇ ਚੰਨੀ ਸਾਹਿਬ ਨੇ ਅਖੀਰ ਦੇ ਵਿੱਚ ਬੇਨਤੀ, ਚੰਨੀ ਸਾਹਿਬ ਤੁਸੀਂ ਕਿਹਾ ਕਿ ਸਾਡਾ ਜੋ ਸਹਿਯੋਗ ਹੈ, ਮੈਂ ਬੇਨਤੀ ਕਰੂੰਗਾ 1500 ਤੁਸੀਂ ਪਾ ਦਿਓ, 1000 ਅਸੀਂ ਪਾ ਦਿੰਦੇ। ਤੁਸੀਂ ਵੱਡੇ ਲੋਕ ਹੋ, ਆਪਾਂ ਛੋਟੇ ਆ, ਸੰਵਿਧਾਨ ਨਾਲ ਨਿਕਲ ਆਉਣਾ। ਬਿਲਕੁਲ ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਤੁਹਾਡੇ ਦੋਨਾਂ ਦਾ। ਫਿਰ ਕਿਸੇ ਮੁੱਦੇ ਤੇ ਜ਼ਰੂਰ ਜੁੜਾਂਗੇ ਜੀ। ਸਤਿ ਸ੍ਰੀ ਅਕਾਲ। ਸੋ ਇਹ ਸੀ ਅੱਜ ਦਾ ਨਜ਼ਰੀਆ, ਪਰ ਮੁੱਦਾ ਪਰਾਲੀ ਦਾ ਹੀ ਹੈ। ਮੇਰੇ ਵੱਲੋਂ ਵੀ ਅਪੀਲ ਹੈ ਉਹ ਸਾਰੇ ਕਿਸਾਨ ਭਰਾਵਾਂ ਨੂੰ ਕਿ ਪਰਾਲੀ ਨੂੰ ਅੱਗ ਨਾ ਲਾਈਏ, ਕਿਉਂਕਿ ਹੱਲ ਇਹੀ ਹੈ। ਨਾ ਇਹਦਾ ਹੱਲ ਇਸ ਟਾਈਮ ਕੇਂਦਰ ਸਰਕਾਰ ਕੋਲ ਹੈ, ਤੇ ਨਾ ਹੱਲ ਇਹਦਾ ਕਿਸੇ ਵੀ ਸਿਆਸਤਦਾਨ ਕੋਲ ਹੈ, ਨਾ ਸੂਬਾ ਸਰਕਾਰ ਕੋਲ ਹੈ। ਇਹਨਾਂ ਕੋਲ ਸਿਰਫ ਬਿਆਨਬਾਜ਼ੀਆਂ ਹੋ ਸਕਦੀਆਂ ਨੇ, ਇਹਨਾਂ ਦੀਆਂ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਨੇ, ਕ੍ਰੈਡਿਟ ਵਾਰ ਹੋ ਸਕਦੀ ਹੈ, ਪਰ ਆਖਰਕਾਰ 에ਅਰ ਇੰਡੈਕਸ, ਹਵਾ ਜ਼ਹਿਰੀਲੀ ਹੋ ਰਹੀ ਹੈ, ਤੇ ਉਸ ਹਵਾ ਦੇ ਵਿੱਚ ਤੁਹਾਡਾ ਪਰਿਵਾਰ, ਮੇਰਾ ਪਰਿਵਾਰ ਸਾਹ ਲੈ ਰਿਹਾ ਹੈ। ਆਓ ਹਵਾ ਸਾਫ਼ ਕਰੀਏ ਤੇ ਪਰਾਲੀ ਨੂੰ ਅੱਗ ਲਾਈਏ। ਤੁਸੀਂ ਵੇਖ ਰਹੇ ਸੀ ਨਜ਼ਰੀਆ ਬਿਯੋਂਡ ਦਾ ਵੇ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।